ਬਾਲਾ ਜੀਓ ਠਰ ਹਰ ਕੰਪੈ ਬਾਲਾ ਜੀਓ ਨਾ ਜਾਨੂ ਕਿਆ ਕਰਸੀ ਪੀਓ। ਰੈਣ ਗਈ ਮਤ ਦਿਨ ਪੀ ਜਾਏ, ਭਬਰ ਗਏ ਬਗ ਬੈਠੇ ਆਏ। ਰਹਾਉ ਕਾਚੈ ਕਰਵੈ ਰਹਿ ਨ ਪਾਨੀ, ਹੰਸ ਚਲਿਆ ਕਾਇਆ ਕੁਮਲਾਨੀ। ਕੁਆਰ ਕੰਨਿਆ ਜੈਸੇ ਕਰਤੀ ਸ਼ਿੰਗਾਰਾ, ਕਿਉ ਰਲਿਆ ਮਨ ਬਾਝ ਪੁਤਾਰਾ। ਕਾਂਗ ਉਡਾਵਤ ਭੁਜਾ ਪੁਰਾਨੀ, ਕਹਿ ਕਬੀਰ ਇਹ ਕਥਾ ਸੁਰਾਨੀ। ਕਾਂਗ ਉਡਾਵਤ ਭੁਜਾ ਪੁਰਾਨੀ, ਕਹਿ ਕਬੀਰ ਇਹ ਕਥਾ ਸੁਰਾਨੀ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਾਲਕ ਜੀ ਦੀ ਹਾਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਪ ਸਭ ਤਨਤਾ ਦੇ ਜੋਗ ਹੋ ਵੱਡੇ ਭਾਗ ਨੇ। ਆਓ ਗੁਰਬਾਣੀ ਦੀ ਸਾਂਝ ਪਾਈਏ, ਗੁਰਦੇਵ ਪਾਤਸ਼ਾਹ ਜੀ ਦੇ ਅਮੋਲਕ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈਏ। ਗੁਰਫਤਿਹ ਬੁਲਾ ਕੇ ਗੁਰਦਰਬਾਰ ਦੀ ਹਾਜ਼ਰੀ ਭਰੋ। ਫਿਰ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦਾ ਜੋ ਅੱਜ ਦਾ ਵਿਸ਼ਾ ਆਪਾਂ ਉਸ ਨੂੰ ਸਮਝਣ ਦਾ ਯਤਨ ਕਰਾਂਗੇ। ਸਭ ਨੇ ਬੋਲਣਾ ਜੀ, ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਅੱਜ ਆਪਾਂ ਭਗਤ ਕਬੀਰ ਸਾਹਿਬ ਜੀ ਦਾ ਸੂਹੀ ਰਾਗ ਦੀ ਵਾਰ ਵਿੱਚੋਂ ਇੱਕ ਸ਼ਬਦ ਪੜ੍ਹਿਆ ਹੈ। ਕੱਲ ਵੀ ਭਗਤ ਕਬੀਰ ਸਾਹਿਬ ਜੀ ਸਾਡੇ ਇਸ ਸ਼ਬਦ ਦੇ ਪਹਿਲੇ ਬੰਦ ਨਾਲ ਵਿਚਾਰਾਂ ਕਰਕੇ ਗਏ ਨੇ। ਇਉਂ ਕਹਿ ਲਈਏ, ਕੱਲ ਦੇ ਪੀਰੀਅਡ ਵਿੱਚ, ਕੱਲ ਦੇ ਸਮੇਂ ਵਿੱਚ ਭਗਤ ਕਬੀਰ ਸਾਹਿਬ ਜੀ ਇੱਕ ਟੀਚਰ ਦੇ ਰੂਪ ਵਿੱਚ ਸਾਡੇ ਕੋਲ ਪਹੁੰਚੇ ਸਨ। ਅਗਲੇ ਸ਼ਬਦ ਵਿੱਚ ਭਗਤ ਜੀ ਕੀ ਕਹਿੰਦੇ ਨੇ? ਸੂਹੀ ਕਬੀਰ ਜੀ, ਕਬੀਰ ਜੀ ਦੀ ਬਾਣੀ ਹੈ, ਸੂਹੀ ਰਾਗ ਹੈ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੂ ਕਿਆ ਕਰਸੀ ਪੀਓ। ਫਿਰ ਰਹਾਉ ਦਾ ਜੋ ਬੰਦ ਹੈ ਉਹਦੇ ਵਿੱਚ ਕਿਆ? ਰੈਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬਗ ਬੈਠੇ ਆਏ। ਰਹਾਉ। ਚਲੋ, ਇੱਕ ਰਹਾਉ ਦਾ ਜਿਹੜਾ ਸ਼ਬਦ ਦੇ ਅੰਦਰ ਲਫ਼ਜ਼ ਵਰਤਿਆ ਜਾਂਦਾ, ਇਹਦਾ ਤੁਹਾਨੂੰ ਪਤਾ ਸਾਰਿਆਂ ਨੂੰ ਅਰਥ ਹੁੰਦਾ ਠਹਿਰਨਾ, ਰੁਕਣਾ। ਵੀ ਇੱਥੇ ਧਿਆਨ ਦਿਓ, ਥੋੜਾ ਜਿਹਾ ਰੁਕੋ। ਹੁਣ ਇੱਥੇ ਆਪਾਂ ਕਿਸ ਪੰਕਤੀ ਤੇ ਰੁਕਣਾ ਗਾ?
ਜਿਹਦੇ ਵਿੱਚ ਭਗਤ ਜੀ ਕਹਿੰਦੇ ਨੇ ਰੈਣ ਗਈ। ਹੁਣ ਜਦੋਂ ਦੁਨਿਆਵੀ ਤੌਰ ਤੇ ਵੇਖਾਂਗੇ ਤਾਂ ਇਉਂ ਲੱਗੂ ਵੀ ਇੱਥੇ ਗੱਲ ਕੀਤੀ ਹੈ ਵੀ ਰਾਤ ਗਈ, ਜਾਂਦੀ ਆ, ਇੱਕ ਥੋੜੀ ਗਈ ਆ, ਅਨੇਕਾਂ ਹੀ ਰਾਤਾਂ ਲੰਘੀਆਂ। ਅੱਗੇ ਲਿਖਿਆ ਮਤ ਦਿਨ ਵੀ ਜਾਈ। ਭਗਤ ਜੀ ਕਹਿੰਦੇ ਉਸ ਤੋਂ ਬਾਅਦ ਦਿਨ ਵੀ ਗਿਆ। ਪਹਿਲਾਂ ਜੇਕਰ ਰਾਤ ਦਾ ਕਰ ਦਿੱਤਾ, ਫਿਰ ਕਰ ਦਿੱਤਾ ਦਿਨ ਦਾ। ਫਿਰ ਭਗਤ ਜੀ ਨੇ ਸਾਡੇ ਵੱਲ ਹੱਥ ਕਰ ਲਿਆ ਵੀ ਤੁਹਾਡੇ ਨਾਲ ਵੀ ਇਹੀ ਕਹਾਣੀ ਵਾਪਰਦੀ ਆ। ਸਾਡੇ ਉਸਤਾਦ ਆ ਨਾ, ਸਾਡੇ ਗੁਰੂ ਨੇ, ਟੀਚਰ ਨੇ, ਅਸੀਂ ਹਾਂ ਦੇ ਵਿੱਚ ਹਾਂ ਮਿਲਾ ਦਿੱਤੀ ਵੀ ਹਾਂ ਇਵੇਂ ਸਾਡਾ ਦਿਨ ਰਾਤ ਰੋਜ਼ ਰੋਜ਼ ਗੁਜ਼ਰਦਾ ਜਾ ਰਿਹਾ। ਚਲੋ ਵਿੱਚੋਂ ਸਿਆਣੇ ਬੱਚੇ ਸੀ, ਸਿਆਣੇ ਸਟੂਡੈਂਟ ਸੀਗੇ, ਵਿਦਿਆਰਥੀ ਸੀ, ਉਹਨਾਂ ਨੇ ਭਗਤ ਜੀ ਨੂੰ ਪੁੱਛ ਲਿਆ ਜੀ ਤੁਸੀਂ ਜ਼ਿਕਰ ਕੀਤਾ ਰਾਤ ਗਈ, ਅੱਗੋਂ ਦਿਨ ਵੀ ਗਿਆ, ਇਹ ਇੱਕ ਥੋੜੀ ਅਨੇਕੀ ਰਾਤਾਂ ਲੰਘੀਆਂ, ਅਨੇਕੇ ਦਿਨ ਲੱਗ ਗਏ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਤੁਹਾਡੇ ਅੰਦਰ ਦੇ ਖਿਆਲ ਕੀ ਨੇ? ਤੁਹਾਡੇ ਅੰਦਰ ਦੇ ਬਲਬਲੇ ਕੀ ਨੇ? ਵਿੱਚੋਂ ਕੋਈ ਵਿਦਿਆਰਥੀ ਸਤਸੰਗੀ ਜਨ ਰੱਬੀ ਪਿਆਰਾ ਬੋਲ ਪਿਆ, ਉਹਨੇ ਪ੍ਰਸ਼ਨ ਕਰਤਾ। ਭਗਤ ਜੀ ਹੱਸ ਪਏ ਤੇ ਕਹਿੰਦੇ ਵਾਹ ਵੀ ਵਾਹ, ਸ਼ਾਬਾਸ਼ ਪੁੱਤਰ, ਤੂੰ ਤਾਂ ਬੜਾ ਸਿਆਣਾ ਗਾ, ਜਿਹਨੇ ਤੂੰ ਦੁਹਰਾ ਕੇ ਦੁਬਾਰਾ ਮੋੜ ਕੇ ਇਹ ਗੱਲ ਨੂੰ ਪੁੱਛ ਲਿਆ। ਹੁਣ ਭਗਤ ਜੀ ਦੱਸਦੇ ਨੇਗੇ ਕਿਹੜਾ ਦਿਨ ਆ ਉਹ ਤੇ ਕਿਹੜੀ ਰਾਤ ਆ। ਉਹ ਸਿਆਣਿਆਂ ਦੀ ਕਹਾਵਤ ਆ ਨਾ ਵੀ ਗੁਰੂ ਸਾਡਾ ਸਦਾ ਹੀ ਬੋਲਦਾ, ਭਾਵੇਂ ਗੁਰੂ ਨਾਲ ਦਿਨੇ ਗੱਲਾਂ ਕਰ ਲੋ, ਭਾਵੇਂ ਗੁਰੂ ਨਾਲ ਰਾਤ ਨੂੰ ਗੱਲਾਂ ਕਰ ਲੋ, ਭਾਵੇਂ ਸਵੇਰੇ ਕਰ ਲੋ, ਭਾਵੇਂ ਪਿਛਲੇ ਪਹਿਰ ਕਰ ਲੋ, ਆਪਣੀ ਮਰਜ਼ੀ ਆ। ਨੰਬਰ 2, ਸਾਨੂੰ ਗੁਰੂ ਨੂੰ ਬੁਲਾਉਣਾ ਆਉਣਾ ਚਾਹੀਦਾ, ਵੀ ਸਾਡੇ ਕੋਲ ਤਰੀਕਾ ਹੋਣਾ ਚਾਹੀਦਾ ਵੀ ਅਸੀਂ ਗੁਰੂ ਨੂੰ ਬੁਲਾਉਣਾ ਕਿਹੜੇ ਢੰਗ ਨਾਲ ਆ। ਫਿਰ ਉਹ ਬੋਲ ਪੈਂਦਾ। ਬਾਣੀ 'ਚ ਵੀ ਲਿਖਿਆ ਨਾ, ਸਾਹਿਬ ਉਹ ਮੇਰਾ ਮਾਲਕ ਗੁਰੂ ਮੇਰਾ ਸਦਾ ਹੀ ਬੋਲਦਾ ਗਾ, ਸਦ ਬੋਲੰਤਾ, ਸਦਾ ਬੋਲ ਰਿਹਾ ਉਹ ਤਾਂ, ਤੇ ਸਦ ਸੁਣਦਾ ਵੀ ਹੈ, ਸਦ ਸੁਣਦਾ, ਸਦ ਵੇਖਦਾ, ਸਦ ਸੁਣ ਵੀ ਰਿਹਾ ਗਾ, ਸਦਾ ਹੀ ਵੇਖ ਵੀ ਰਿਹਾ ਗਾ। ਉਹ ਆਪਣੀ ਸਾਡੀ ਕੁਆਲਿਟੀ ਆ, ਸਾਡੀ ਅੰਦਰ ਦੀ ਭਾਵਨਾ ਕੀ ਆ, ਉਹਦੇ ਮੁਤਾਬਕ ਬੋਲਦਾ ਗੁਰੂ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇੱਥੇ ਭਗਤ ਕਬੀਰ ਸਾਹਿਬ ਜੀ ਆਏ ਹੋਏ ਨੇ। ਉਹਨਾਂ ਅੱਗੇ ਆਪਾਂ ਬੋਲ ਪਏ ਵੀ ਸਤਿਗੁਰੂ ਪਾਤਸ਼ਾਹ ਜੀ ਉਹ ਕਿਰਪਾ ਕਰੋ, ਕਿਹੜੀ ਦਿਨ ਆ, ਕਿਹੜੀ ਰਾਤ ਆ, ਨਹੀਂ ਤਾਂ ਜਿੱਦਾਂ ਦੇ ਅਸੀਂ ਜਨਮਿਆ ਅਨੇਕਾਂ ਦਿਨ ਲੰਘੇ ਤੇ ਅਨੇਕੀ ਰਾਤਾਂ ਲੰਘੀਆਂ, ਸਾਨੂੰ ਨਹੀਂ ਪਤਾ ਲੱਗਦਾ ਤੁਸੀਂ ਕੀ ਕਹਿ ਰਹੇ ਹੋ। ਜਿਹੜੀ ਇਹ ਦਿਨ ਤੇ ਰਾਤ ਦੀ ਗੱਲ ਕੀਤੀ ਆ, ਇਹ ਇੱਕ ਵਾਰੀ ਰਾਤ ਆਉਂਦੀ ਆ ਤੇ ਇੱਕ ਵਾਰੀ ਦਿਨ ਆਉਂਦਾ। ਅੱਛਾ, ਹੁਣ ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਆਪਣੀ ਸੁਰਤ ਦੇ ਵਿੱਚ ਹੀ ਆਪਾਂ ਸਾਰਿਆਂ ਨੇ ਇੱਕ ਜਵਾਬ ਦੇਣਾ। ਮੰਨ ਲਓ ਕੋਈ ਦੁਨੀਆ ਦੇ ਵਿੱਚ ਇਹੋ ਜਿਹਾ ਵਿਅਕਤੀ ਹੈ, ਦੇਖੋ ਆਪਾਂ ਨਾ ਤਾਂ ਇੱਥੇ ਪਸ਼ੂ ਕਹਿ ਸਕਦੇ ਆ, ਨਾ ਪੰਛੀ ਕਹਿ ਸਕਦੇ ਆ, ਕਿਉਂਕਿ ਸਾਰਿਆਂ ਨੂੰ ਉੱਤਮ ਦੇਹੀ ਬੰਦੇ ਦੀ ਆ, ਮਨੁੱਖ ਦੀ ਆ, ਉਹ ਚਾਹੇ ਭੈਣ ਆ ਚਾਹੇ ਵੀਰ ਆ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਬਾਣੀ ਵਿੱਚ ਵੀ ਕਹਿ ਦਿੱਤਾ ਗੁਰੂ ਸਾਹਿਬ ਨੇ ਵੀ ਤੂੰ ਭਾਈ ਸਾਰਿਆਂ ਦਾ ਸਰਦਾਰ ਆ, ਉੱਤਮ ਆ। ਮਾਨਸ ਜਨਮ ਦੁਲੰਭ ਹੈ, ਇਹ ਬੜਾ ਅਮੋਲਕ ਆ। ਅੱਛਾ ਜੀ, ਸਾਰਿਆਂ ਨੂੰ ਵੱਡਾ ਮਨੁੱਖ ਹੈਗਾ ਤਾਂ ਮਨੁੱਖ ਤੇ ਹੀ ਸਵਾਲ ਆ। ਇਹ ਨਾ ਇਹ ਮੱਝ ਗਾਂ ਤੇ ਆ, ਨਾ ਇਹ ਚਿੜੀਆਂ ਤੇ ਆ, ਕਾਵਾਂ ਤੇ ਆ, ਨਾ ਇਹ ਜਨੌਰਾਂ ਤੇ, ਕਿਸੇ ਜਾਨਵਰ ਤੇ ਨਹੀਂ ਹੈ। ਬੰਦੇ ਨੂੰ ਕੀ ਸਵਾਲ ਆ ਇੱਥੇ? ਸਵਾਲ ਇਹ ਆ ਵੀ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਵਿਅਕਤੀ ਹੈ ਜਿਹਨੇ ਆਪਣੀ ਮਰਜ਼ੀ ਦੇ ਨਾਲ ਦਿਨ ਨੂੰ ਫੜ ਲਿਆ ਹੋਵੇ ਤੇ ਆਪਣੀ ਮਰਜ਼ੀ ਦੇ ਨਾਲ ਰਾਤ ਨੂੰ ਫੜ ਲਿਆ ਹੋਵੇ।
ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਦਿਨ ਜਾਂ ਰਾਤ ਵਿੱਚੋਂ ਕਿਸੇ ਸਮੇਂ ਨੂੰ ਫੜ ਲਿਆ ਹੋਵੇ। ਕੋਈ ਜੰਤਰ ਬਣਿਆ ਹੋ ਸਾਡੇ ਸੰਸਾਰ 'ਚ ਨਾ, ਇਹ ਤਾਂ ਚੱਲ ਰਹੇ ਨੇ, ਇੱਕ ਸਰਕਲ ਹੈਗਾ, ਦਿਨ ਵੀ ਨਹੀਂ ਖੜਦਾ, ਰਾਤ ਵੀ ਨਹੀਂ ਖੜਦੀ। ਜਿਵੇਂ ਜਿਵੇਂ ਉਹ ਵਾਹਿਗੁਰੂ ਜੀ ਦਾ ਹੁਕਮ ਆ, ਉਹਦੇ ਹੁਕਮ ਵਿੱਚ ਦਿਨ ਤੇ ਰਾਤ ਚੱਲ ਰਹੀ ਆ। ਫਿਰ ਇੱਥੇ ਜ਼ਿਕਰ ਕੀਤਾ ਗਾ, ਰੈਣ ਗਈ ਮਤ ਦਿਨ ਭੀ ਜਾਏ। ਦਿਨ ਵੀ ਗਿਆ, ਰਾਤ ਵੀ ਗਈ, ਇਹ ਰੁਕਦੇ ਨਹੀਂ। ਜਿੰਨਾ ਮਰਜ਼ੀ ਅਸੀਂ ਆਪਣੇ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਜ਼ੋਰ ਲਾ ਲਈਏ, ਨਾ ਦਿਨ ਨਾ ਰਾਤ ਰੁਕਦੇ ਨਹੀਂ ਹਨ। ਹੁਣ ਇੱਥੇ ਕਬੀਰ ਸਾਹਿਬ ਜੀ ਕਹਿੰਦੇ ਬੰਦੇ ਤੇ ਉਹ ਰਾਤ ਇੱਕ ਵਾਰੀ ਆਈ, ਉਹ ਰਾਤ ਇੱਕ ਵਾਰੀ, ਉਹ ਦਿਨ ਇੱਕ ਵਾਰੀ। ਦਿਨ ਤੇ ਰਾਤ ਨੂੰ ਦੁਨਿਆਵੀ ਤੌਰ ਤੇ ਅਸੀਂ ਬੰਨ੍ਹ ਕੇ ਰੱਖ ਨਹੀਂ ਸਕਦੇ, ਫੜ ਨਹੀਂ ਸਕਦੇ, ਪਰ ਜਿਹੜੀ ਰਾਤ ਜਿਹੜਾ ਦਿਨ ਬੰਦੇ ਤੇ ਆਇਆ ਨਾ, ਕਬੀਰ ਸਾਹਿਬ ਜੀ ਕਹਿੰਦੇ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਇਹ ਹਾਲ। ਬਹੁਤੇ ਲੋਕ ਨੇ, ਇੱਥੇ ਤਾਂ ਆਪਾਂ ਗਿਣਤੀ ਕੀਤੀ ਆ, ਇੱਕ ਵੀ ਨਹੀਂ, ਇੱਥੇ ਬਹੁਤੇ ਨੇ ਜਿਹੜੇ ਦਿਨ ਨੂੰ ਰਾਤ ਕਰਨਾ ਚਾਹੁੰਦੇ ਆ। ਹੁਣ ਆਪਾਂ ਇਉਂ ਕਹਿ ਲਓ ਵੀ ਇਹ ਦਿਨ ਤੇ ਰਾਤ ਬੰਦੇ ਦਾ ਜ਼ੋਰ ਲੱਗਿਆ ਹੋਇਆ ਵੀ ਜਿਹੜਾ ਦਿਨ ਤੇ ਰਾਤ ਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਕਰਦੇ ਆ ਨਾ, ਰਾਤ ਪਸੰਦ ਆ, ਦਿਨ ਪਸੰਦ ਨਹੀਂ ਉਹ 'ਚ ਬਹੁਤਿਆਂ ਨੂੰ। 100 ਦੇ ਵਿੱਚੋਂ 75% ਤਾਂ ਉਹ ਲੋਕ ਨੇ ਜਿਹੜੇ ਰਾਤ ਨੂੰ ਪਸੰਦ ਕਰਦੇ ਨੇ, ਦਿਨ ਨੂੰ ਪਸੰਦ ਨਹੀਂ ਕਰਦੇ। ਫਿਰ ਉਹ ਨਾ ਦਿਨ ਨੂੰ ਆਉਣ ਹੀ ਨਹੀਂ ਦਿੰਦੇ, ਧੱਕੇ ਨਾਲ ਰਾਤ ਨੂੰ ਬੰਨ੍ਹ ਕੇ ਰੱਖਦੇ ਆ, ਰੋਕ ਕੇ ਰੱਖਦੇ ਆ। ਜਿੰਨਾ ਧੱਕਾ ਕਰਦੇ ਆ ਉਨੀ ਰਾਤ ਦੁਬਾਰਾ ਮੁੜ ਦਿਨ ਫਿਰ ਆਉਂਦਾ ਗਾ। ਹੁਣ ਰਾਤ ਆ ਗਈ, ਆਪਣਾ ਟਾਈਮ ਗੁਜ਼ਾਰ ਕੇ ਡਿਊਟੀ ਵਜਾ ਕੇ ਚਲੀ ਗਈ, ਸੂਰਜ ਫੁੱਟੂਗਾ, ਦਿਨ ਚੜ੍ਹ ਜਾਊਗਾ। ਹੁਣ ਕੋਈ ਵੀ ਐਸਾ ਵਿਅਕਤੀ ਨਹੀਂ ਜਿਹੜਾ ਦਿਨ ਨੂੰ ਜਾਂ ਰਾਤ ਨੂੰ ਫੜ ਕੇ ਰੱਖ ਲੇ, ਪਰ ਜਿਹੜੇ ਦਿਨ ਤੇ ਰਾਤ ਦਾ ਭਗਤ ਕਬੀਰ ਸਾਹਿਬ ਨੇ ਜ਼ਿਕਰ ਕੀਤਾ, ਉਹਦੇ ਵਿੱਚ ਰਾਤ ਨੂੰ ਲੋਕ ਪਸੰਦ ਕਰਦੇ ਨੇ, ਦਿਨ ਨੂੰ ਪਸੰਦ ਨਹੀਂ ਕਰਦੇ। ਰਾਤ ਨੂੰ ਫਿਰ ਬੰਨ੍ਹਦੇ ਨੇ ਪਰ ਬੰਨੀ ਨਹੀਂ ਜਾਂਦੀ, ਉਹ ਰਾਤ ਬੰਨੀ ਨਹੀਂ ਜਾਂਦੀ। ਆਹ ਧਿਆਨ ਦਿਓ। ਹੁਣ ਇੱਥੇ ਅਗਲੀ ਗੱਲ ਗੁਰੂ ਸਾਹਿਬ ਕੀ ਕਹਿੰਦੇ ਨੇ, ਭਗਤ ਜੀ ਕਹਿੰਦੇ ਰੈਣ ਗਈ ਮਤ ਦਿਨ ਭੀ ਜਾਏ। ਇੱਕ ਗੱਲ ਮੈਂ ਵਿੱਚੋਂ ਦੀ ਹੋਰ ਕਹਾਂਗਾ, ਤੁਸੀਂ ਸਾਰੇ ਇਸ ਗੱਲ ਨੂੰ ਜ਼ਰੂਰ ਅਹਿਸਾਸ ਕਰਿਓ। ਸਾਡੇ ਸਮਾਜ ਦੇ ਵਿੱਚੋਂ ਜਾਤ ਪਾਤ ਦਾ ਵਿਤਕਰਾ ਅਜੇ ਵੀ ਨਹੀਂ ਖਤਮ ਹੋਇਆ, ਅਜੇ ਵੀ। ਪਰ ਜਾਤਾਂ ਪਾਤਾਂ ਦੇ ਆਧਾਰ ਤੇ ਅਜੇ ਵੀ ਵੱਡਾ ਛੋਟਾ ਮੰਨਿਆ ਜਾਂਦਾ। ਜਾਤ ਕਰਕੇ ਬੰਦਾ ਅਮੀਰ ਉੱਚਾ ਖਾਸ ਆ ਕੋਈ, ਉਹ ਭਾਵੇਂ ਬਿਲਕੁਲ ਮੂਰਖ ਹੋਵੇ, ਉਹਨੂੰ ਵੀ ਮਾਨਤਾ ਦਿੱਤੀ ਜਾਂਦੀ ਆ। ਕਿੱਤੇ ਕਰਕੇ, ਜਾਤ ਕਰਕੇ ਭਾਵੇਂ ਕੋਈ ਨੀਚ ਹੋਵੇ ਤੇ ਉਹਦੀ ਗੱਲ 'ਚ ਦਮ ਹੋਵੇ, ਗਿਆਨ ਹੋਵੇ, ਉਹਨੂੰ ਸ਼ਾਬਾਸ਼ ਨਹੀਂ ਦਿੰਦਾ ਸਾਡਾ ਸੰਸਾਰ। ਭਾਵੇਂ ਜਮਾ ਕੇ ਵੇਖ ਲਓ, ਆਪਣੇ ਆਸੇ ਪਾਸੇ ਖੁਦ ਪਰਖ ਕਰਕੇ ਵੇਖ ਲਓ, ਅੱਜ ਵੀ ਇਹ ਸਿਸਟਮ ਹੈ। ਇਸ ਸਿਸਟਮ ਦੇ ਆਧਾਰ ਤੇ ਤਾਂ ਬਹੁਤਾ ਨਹੀਂ, ਕੁਝ ਪਰਸੈਂਟ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਟੀਚਰ ਵੀ ਫਸੇ ਹੋਏ ਨੇ, ਉਹਨਾਂ ਦਾ ਦਿਮਾਗ ਵੀ ਇੱਥੇ ਹੀ ਖੜਾ ਗਾ। ਸੋ ਵਾਹਿਗੁਰੂ ਭਲਾ ਕਰੇ, ਸਾਰੇ ਨਹੀਂ ਇੱਕੋ ਜੇ, ਕੁਝ। ਪਰ ਇੱਥੇ ਦੇਖਣਾ ਕੀ ਆਪਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਤੂੰ ਕਿੰਨਾ ਚੰਗਾ, ਤੂੰ ਕਿੰਨਾ ਮਹਾਨ ਗੁਰੂ ਆ, ਤਾਈਓ ਤੇਰੀ ਅੱਜ ਵੀ ਜੈ ਜੈਕਾਰ ਆ। ਤੂੰ ਆ ਭਗਤ ਕਬੀਰ ਸਾਹਿਬ ਵਰਗੇ ਨਾ, ਭਾਵੇਂ ਜਾਤ ਕਰਕੇ ਤਾਂ ਨੀਚ ਸੀ, ਜਾਤ ਕਰਕੇ ਤਾਂ ਬਹੁਤ ਨੀਵੇਂ ਸੀ, ਪਰ ਇਹਨਾਂ ਨੂੰ ਉੱਥੇ ਥਾਂ ਨਹੀਂ ਸੀ ਮਿਲਣੀ ਬਨਾਰਸ ਦੇ ਵਿੱਚ। ਪਰ ਸੱਚੇ ਪਾਤਸ਼ਾਹ ਬਨਾਰਸ ਵਿੱਚ ਤਾਂ ਥਾਂ ਮਿਲ ਹੀ ਗਈ ਇਹਨਾਂ ਨੂੰ, ਉਹ ਤਾਂ ਤੂੰ ਦਬਾ ਹੀ ਦਿੱਤੀ, ਪਰ ਇਹ ਤਾਂ ਪੂਰੀ ਦੁਨੀਆ ਦੇ ਵਿੱਚ ਨਾ ਪੈਰ ਜਮਾ ਗਈ। ਇਹ ਵਜ੍ਹਾ ਕਿਹਦੀ ਆ? ਗੁਰੂ ਨਾਨਕ ਸਾਹਿਬ ਦੀ ਆ।
ਇੱਥੇ ਹੁਣ ਆਪਾਂ ਨੂੰ ਇੱਥੇ ਆ ਕੇ ਆਪਾਂ ਨੂੰ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਊ ਸਭ ਤੇ ਵੱਡਾ ਸਤਿਗੁਰੂ ਨਾਨਕ। ਉਦਾਂ ਕਹਿ ਕੇ ਨਹੀਂ ਡੰਗ ਲੈਣਾ ਵੀ ਕਿਵੇਂ ਵੱਡਾ ਗਾ, ਇਹਨੂੰ ਦੇਖਣਾ ਪਊ ਆਹ ਗੱਲਾਂ ਕਰਕੇ ਵੱਡਾ ਪਾਈ। ਤੇ ਅੱਜ ਕੋਈ ਅਜਿਹਾ ਹੈ ਨਾ, ਕੋਈ ਬਿਰਲਾ ਹੋਊਗਾ ਜਿਹਦੇ ਅੰਦਰ ਇਹ ਭਾਵਨਾ ਹੋ। ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਵੀ ਧੰਨ ਆ ਬਾਬਾ ਕਬੀਰ ਸਾਹਿਬ, ਜਿਹੜੇ ਕਿ ਕਿੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਨੇ। ਲੈ ਸਾਨੂੰ ਅੱਜ ਤੱਕ ਹੀ ਨਹੀਂ ਪਤਾ, ਮੈਨੂੰ ਵੀ ਨਹੀਂ ਖੁਦ ਪਤਾ ਗਾ ਵੀ ਕੋਈ ਅਜਿਹਾ ਦਿਨ ਵੀ ਹੈ, ਅਜਿਹੀ ਰਾਤ ਵੀ ਹੈ ਜਿਹਨੂੰ ਬੰਦਾ ਫੜ ਫੜ ਰੱਖਦਾ ਗਾ, ਜਿਹਨੂੰ ਬੰਦਾ ਘੇਰ ਘੇਰ ਕੇ ਰੱਖਦਾ ਗਾ। ਉਹ ਕਬੀਰ ਸਾਹਿਬ ਨੇ ਦੱਸੀ ਅੱਜ ਉਹ ਕਿਹੜੀ ਦਿਨ ਆ, ਉਹ ਕਿਹੜੀ ਰਾਤ ਆ। ਕਬੀਰ ਸਾਹਿਬ ਜੀ ਕਹਿੰਦੇ ਰੈਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬਗ ਬੈਠੇ ਆਏ। ਭਵਰ ਗਏ ਬਗ ਬੈਠੇ ਆਏ। ਹੁਣ ਇਹਦਾ ਅਰਥ ਕੀ ਬਣ ਗਿਆ? ਭਗਤ ਕਬੀਰ ਸਾਹਿਬ ਜੀ ਕਹਿੰਦੇ ਰੈਣ ਗਈ, ਕਾਲੇ ਕੇਸਾਂ ਨੂੰ, ਕਾਲੇ ਦਾੜੇ ਨੂੰ ਭਗਤ ਕਬੀਰ ਸਾਹਿਬ ਜੀ ਨੇ ਰਾਤ ਮੰਨਿਆ। ਕਾਲੇ ਕੇਸ ਸਿਰ ਦੇ ਆ, ਚਾਹੋ ਦਾੜੇ ਦੇ ਆ, ਕਾਲੇ ਰੰਗ ਦੇ ਵਿੱਚ ਜਦੋਂ ਹੋਣ ਤਾਂ ਉਦੋਂ ਇਹਨਾਂ ਨੂੰ ਰਾਤ ਦਾ ਜ਼ਿਕਰ ਕਰਕੇ ਸਮਝਾਇਆ। ਰਾਤ ਗਈ, ਲੰਘ ਗਈ, ਊਂ ਹੀ ਲੰਘ ਗਈ ਮਿੰਟ 'ਚ ਹੀ। ਤੇ ਆਪਾਂ ਸਾਰੇ ਹੀ ਕਹਿੰਦੇ ਆ ਇਹ ਹੁਣ ਕਾਲੇ ਕੇਸ ਕਦੋਂ ਹੁੰਦੇ? ਜਵਾਨੀ 'ਚ। ਜਵਾਨੀ ਤਾਂ ਊਂ ਹੀ ਲੰਘ ਗਈ, ਊਂ ਹੀ ਗਈ, ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਲੰਘ ਗਈ। ਹੁਣ ਰਾਤ ਨੂੰ ਘੇਰਨ ਦਾ ਭਾਵ ਅਰਥ ਕੀ ਬਣ ਗਿਆ ਇਹਦਾ? ਜਵਾਨੀ ਨੂੰ ਬੰਦਾ ਕੋਸ਼ਿਸ਼ ਕਰਦਾ ਲੁਕਾਉਣ ਦੀ। ਬੰਦਾ ਆਪਣੇ ਪਰਿਵਾਰਾਂ ਦੇ ਵਿੱਚ, ਦੁਨੀਆ ਦੇ ਵਿੱਚ ਉਮਰ ਥੋੜੀ ਦੱਸਦਾ। ਕੀ ਕਹਿੰਦਾ? ਲੈ ਅਜੇ ਤਾਂ ਮੈਂ ਜਵਾਨ ਹੀ ਆ, ਮੇਰੀ ਉਮਰ ਤਾਂ ਥੋੜੀ ਹੋਈ ਆ, ਅਜੇ ਮੈਂ ਬਾਹਲਾ ਵੱਡਾ ਥੋੜੀ ਆ। ਤੇ ਜੇ ਮੂਰਲਾ ਕਹਦੇ ਦੇਖ ਭਾਈ ਤੇਰਾ ਦਾੜਾ ਦੱਸ ਰਿਹਾ ਗਾ, ਤੇਰੇ ਕੇਸ ਦੱਸ ਰਹੇ ਨੇ, ਜਵਾਨੀ ਚੋਂ ਤਾਂ ਤੂੰ ਗੁਜ਼ਰ ਗਿਆ, ਲੰਘ ਗਿਆ ਨਾ, ਤੂੰ ਟੱਪ ਗਿਆ ਜਵਾਨੀ ਤਾਂ। ਤੇ ਫਿਰ ਬੰਦਾ ਰਾਤ ਨੂੰ ਘੇਰਦਾ, ਇਹ ਰਾਤ ਜਵਾਨੀ ਰੂਪੀ ਰਾਤ ਨੂੰ ਨਾ ਘੇਰਦਾ, ਫਿਰ ਆਪਣਾ ਮੂੰਹ ਕਾਲਾ ਕਰਦਾ ਬੰਦਾ, ਦਾੜਾ ਕਾਲਾ ਕਰਦਾ ਬੰਦਾ। ਬਹੁਤ ਨੇ ਅੱਜ ਜਿਹੜੇ ਇੱਥੇ ਆ ਕੇ, ਮਾਫ ਕਰਨਾ ਮੈਨੂੰ ਹੁਣ ਆਹ ਗੱਲ ਸੱਚੀ ਜੀ ਜ਼ਰੂਰ ਕਹਿਣੀ ਪਊ, ਜਿਹੜੇ ਇੱਥੇ ਆ ਕੇ ਰਾਏ ਦਿੰਦੇ ਆ ਨਾ ਤੁਸੀਂ ਐਂ ਨਹੀਂ ਐਂ ਕਰੋ, ਮੂੰਹ ਉਹਨਾਂ ਦਾ ਕਾਲਾ ਕੀਤਾ ਹੁੰਦਾ। ਤੇ ਆਪ ਹੀ ਹਿਸਾਬ ਲਾ ਲਓ ਮੂੰਹ ਕਾਲਾ ਦੁਨੀਆ 'ਚ ਕਿੰਨਾ ਹੁੰਦਾ ਜਿਹੜੇ ਵੇਚਤੇ ਹੋਣ। ਬੇਇੱਜ਼ਤੇ ਲੋਕ ਆ ਕੇ ਇੱਥੇ ਸਲਾਹਾਂ ਦਿੰਦੇ ਨੇ, ਰਾਇਆਂ ਦਿੰਦੇ ਨੇ। ਦੱਸੋ ਹੁਣ ਮੰਨਣੀ ਪਊ ਉਹਨਾਂ ਦੀ? ਕਿੰਨਾ ਮੰਨਣੀ ਪਊਗੀ? ਜਵਾਬ ਦੇਣਾ ਪਊ ਨਾ ਵੀ ਕਬੀਰ ਸਾਹਿਬ ਦੇ ਅਨੁਸਾਰ ਤਾਂ ਤੂੰ ਗਲਤ ਆ ਭਾਈਆ, ਦੇਲੀ ਤੋਂ ਬਾਹਰ ਹੋ ਜਾ, ਖਬਰਦਾਰ। ਇੱਥੇ ਰਾਏ ਨਹੀਂ ਦੇਣੀ, ਇੱਥੇ ਆ ਕੇ ਸੁਣ ਸਕਦਾ ਕੁਝ, ਪੜ੍ਹ ਸਕਦਾ ਕੁਝ, ਜ਼ਿੰਦਗੀ ਜਿਉਣ ਦਾ ਢੰਗ ਲੈ ਕੇ ਕੱਲ ਨੂੰ ਸੁਚੱਜਾ ਜੀਵਨ ਬਣਾ ਕੇ ਆ ਜੀ, ਤੇਰੀ ਹਰ ਗੱਲ ਮੰਨੀ ਜਾਊਗੀ। ਤੇ ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਥੇ ਭਾਈ ਆਪਣੇ ਮੂੰਹ ਨੂੰ ਰੰਗਣ ਵਾਲੇ ਲੋਕ ਉਹ ਜਵਾਨੀ ਨੂੰ ਘੇਰ ਕੇ ਰੱਖਦੇ ਨੇ। ਜਵਾਨੀ ਮੀਨਜ਼ ਕਾਲੀ ਕੇਸਾਂ ਵਾਲੀ ਅਵਸਥਾ, ਤੇ ਕਾਲੀ ਕੇਸਾਂ ਵਾਲੀ ਅਵਸਥਾ ਨੂੰ ਭਗਤ ਕਬੀਰ ਸਾਹਿਬ ਨੇ ਰਾਤ ਕਿਹਾ। ਤੇ ਰਾਤ ਦਾ ਰੰਗ ਕਿਹੋ ਜਿਹਾ ਹੁੰਦਾ? ਕਾਲਾ। ਬਾਬਾ ਕਬੀਰ ਸਾਹਿਬ ਘੇਰ ਘੇਰ ਲਿਆਉਂਦਾ। ਦੇਖੋ ਗੱਲ ਕਿੱਥੇ ਲੈ ਗਏ ਨੇ। ਰਾਤ ਦਾ ਰੰਗ ਪੂਰੀ ਦੁਨੀਆ ਵਿੱਚ ਜਿਹਨੂੰ ਮਰਜ਼ੀ ਪੁੱਛ ਲਓ ਵੀ ਰਾਤ ਦਾ ਰੰਗ, ਗੋਰੇ ਨੂੰ ਪੁੱਛ ਲਓ, ਨੇਪਾਲੀ ਨੂੰ ਪੁੱਛ ਲਓ, ਬੰਗਾਲੀ ਨੂੰ ਪੁੱਛ ਲਓ, ਬਿਹਾਰੀ ਨੂੰ ਪੁੱਛ ਲਓ, ਪੰਜਾਬੀ ਨੂੰ ਪੁੱਛ ਲਓ, ਜਿਹਨੂੰ ਮਰਜ਼ੀ ਪੁੱਛ ਲਓ, ਭਾਵ ਉਹ ਆਪਣੀ ਬੋਲੀ ਦੇ ਅਨੁਸਾਰ ਰਾਤ ਦਾ ਰੰਗ ਕਾਲਾ ਹੀ ਦੱਸੂਗਾ। ਤੇ ਦਿਨ ਦਾ ਰੰਗ ਕਿਹੋ ਜਿਹਾ ਹੁੰਦਾ? ਚਿੱਟਾ। ਤੇ ਜਿਹਨੂੰ ਮਰਜ਼ੀ ਪੁੱਛ ਲਓ, ਹੋਵੇ ਦਿਨ ਚੜਿਆ ਤੇ ਆਪਾਂ ਕਹੀਏ ਕਾਲਾ ਕਾਲਾ ਦਿਨ ਆਗਾ, ਤੇ ਅਗਲਾ ਕਹਿੰਦਾ ਨਹੀਂ ਤੂੰ ਮੂਰਖਾਂ, ਕਾਲਾ ਦਿਨ ਨਹੀਂ ਹੈ, ਦਿਨ ਚਿੱਟਾ ਹੀ ਆ। ਤੇਰੇ ਕੰਮ ਕਾਲੇ ਹੋ ਸਕਦੇ ਆ ਪਰ ਦਿਨ ਨਹੀਂ ਕਾਲਾ, ਕਾਲਾ ਦਿਨ ਨਹੀਂ, ਦਿਨ ਚਿੱਟਾ ਗਾ। ਤੇ ਦਿਨ ਚਿੱਟੇ ਦੀ ਅਵਸਥਾ ਜਦੋਂ ਸਾਡੇ ਤਨ ਤੇ ਕੇਸ ਨੇ ਜਿਹੜੇ ਉਹ ਚਿੱਟੇ ਹੋ ਜਾਣ, ਇਹਨਾਂ ਨੂੰ ਕੀ ਕਿਹਾਗਾ? ਦਿਨ। ਏਦਾਂ ਜਵਾਨੀ ਵੀ ਬੀਤ ਗਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਤ ਲੰਘ ਗਈ, ਇੱਕੋ ਹੀ ਰਾਤ ਆਈ ਸੀ, ਇਹ ਦੁਬਾਰੇ ਨਹੀਂ ਮੁੜ ਕੇ ਆਉਂਦੀ ਜਵਾਨੀ। ਤੇ ਦਿਨ ਵੀ ਲੰਘ ਗਿਆ, ਦਿਨ ਵੀ ਇੱਕ ਵਾਰੀ ਆਇਆ ਸੀ। ਹੁਣ ਚਿੱਟੇ ਕੇਸ ਹੋ ਗਏ, ਉਸ ਤੋਂ ਬਾਅਦ ਚਿੱਟਿਆਂ ਤੋਂ ਬਾਅਦ ਇਹ ਨਹੀਂਗਾ ਵੀ ਲਾਲ ਜਾਂ ਪੀਲੇ ਆ ਜਾਣਗੇ ਜਾਂ ਕਿਸੇ ਹੋਰ ਕਲਰ ਦੇ ਆ ਜਾਣਗੇ, ਉਦੋਂ ਬਾਅਦ ਤਾਂ ਮੌਤ ਹੀ ਆਊ। ਇੱਕ ਵਾਰੀ ਜਵਾਨੀ ਰੂਪੀ ਰਾਤ ਆਈ ਆ, ਇੱਕ ਵਾਰੀ ਬੁਢੇਪਾ ਆਵੇਗਾ, ਉਸ ਤੋਂ ਬਾਅਦ ਮੌਤ ਹੀ ਆਊ, ਹੋਰ ਕੁਛ ਨਹੀਂ ਆਉਂਦਾਗਾ। ਤੇ ਆਹ ਮੌਤ ਨੂੰ ਵੇਖ ਕੇ ਦਿਨ ਜਵਾਨੀ ਲੰਘਣ ਤੇ, ਵਾਹਿਗੁਰੂ ਰਾਤ ਜਵਾਨੀ ਲੰਘਣ ਤੇ ਦਿਨ ਚਿੱਟੇ ਕੇਸਾਂ ਦੀ ਅਵਸਥਾ ਲੰਘਣ ਤੇ ਜਿਹੜਾ ਅਗਲਾ ਸਟੈਪ ਆਉਣਾ ਨਾ, ਅਗਲੀ ਅਵਸਥਾ ਆਉਣੀ ਆ, ਉਹ ਆ ਮੌਤ। ਤੇ ਉਹ ਮੌਤ ਨੂੰ ਦੇਖ ਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਡਰ ਲੱਗਦਾ।
शायद सानू तां नहीं लगदा। ये तां रब दे प्यारे ने जिन्हां नूं डर लगदा। भगत कबीर साहब जी ते बाबा फरीद साहब जी, इन्हां ने ज़्यादातर जिहड़े बाणी आ ना, बाणी दा जिहड़ा पक्ष पेश कीता गा शमशान भूमि च बह के कीता, कबरां च कह लो। ते गुरु नानक साहब ने पहली आवाज़ कबर च बह के मारी आ, आवाज़ शमशान भूमि च बह के मारी आ। ते शमशान भूमि विच बंदा सदा नहीं टिकदा हुंदा, उत्थे 15 तो 20 मिनट ही बंदा टिकदा हुंदा, वध तो वध जिउंदा जागदा बंदा 15-20 मिनट, अद्धा घंटा ला लो। पर अज साडा जीवन कह जा चमकाई जाने, असीं बेअर्थ पैसा खराब करी जाने। वाहिगुरू भला करे, सच्ची जी गल आ। साडियां सरकारां भी उहो जिहियां ते सरकारां नूं चुनण वाले लोक भी उहो जिहे आ। सिविआं नूं चमकाउण ते जोर आ, हस्पताल ते स्कूलां नूं डेगण ते जोर आ। तां हुण अपने लोकां 'च खुशी है ना, कहंदे किराए माफ करते। काहनूं किराए माफ कीते? सरकारी बसां सरकार ने फेल करके प्राइवेट बसां मूहरे लिआउणीਆਂ ने, नीति समझो उन्हां दी। देखो जे आपां सफर करना, किराया दिओ, मौज ना जाओ आपदा, पर ये नहीं बहुता टाइम नहीं चलना गा। ये वो तां एक प्लैन अगले दा। प्लैन की आ भी ये उदां तां डिगदियां नहीं गईयां, आपे हौली हौली कवाड़ च खड़ा दांगे इन्हां नूं। ਚੱਲਣੀਆਂ ਕਿਹੜੀਆਂ? ਉਹੀ ਮਹਿੰਗੇ ਕਿਰਾਏ ਵਾਲੀਆਂ, ਜਿਹੜੀਆਂ ਤੇ ਲਿਖਿਆ ਹੁੰਦਾ ਆਮ ਨਹੀਂ, ਖਾਸ ਕਿਰਾਇਆ ਗਾ, ਵੱਧ ਕਿਰਾਇਆ ਲੱਗੂਗਾ, ਚੜ੍ਹਨਾ ਤਾਂ ਉਹਨਾਂ ਦੀ ਪਊਗਾ। ਚਲੋ ਵਾਹਿਗੁਰੂ ਭਲਾ ਕਰੇ। ਇੱਕ ਨੀਤੀਆਂ ਵੀ ਭਾਵ ਸਕੂਲਾਂ ਜਾਂ ਹਸਪਤਾਲਾਂ ਤੇ ਪੈਸਾ ਨਹੀਂ। ਪੈਸਾ ਕਿੱਥੇ? ਜਿੱਥੇ ਬੰਦੇ ਨੇ ਸਿਰਫ ਤੇ ਸਿਰਫ, ਭਾਵੇਂ ਅਮੀਰ ਆ ਭਾਵੇਂ ਗਰੀਬ ਆ, ਭਾਵੇਂ ਨੌਜਵਾਨ ਅਵਸਥਾ ਵਿੱਚ ਕੋਈ ਚੜ੍ਹਾਈ ਕਰ ਗਿਆ ਤੇ ਭਾਵੇਂ ਬਜ਼ੁਰਗ ਅਵਸਥਾ ਵਿੱਚ ਕੋਈ ਚੜ੍ਹਾਈ ਕਰ ਗਿਆ, ਸਿਰਫ ਤੇ ਸਿਰਫ 15 ਤੋਂ 20 ਮਿੰਟ ਬੰਦਾ ਉੱਥੇ ਰੁਕਦਾ ਨਹੀਂਗਾ। ਚਾਹੇ ਕਿੰਨੀ ਹਨੇਰੀ ਆ, ਕਿੰਨੀ ਗਰਮੀ ਆ, ਕਿੰਨੀ ਧੁੱਪ ਛਾਂ, ਉਦੋਂ ਵੱਧ ਬੰਦਾ ਉੱਥੇ ਖੜਦਾ ਨਹੀਂ। ਕਹਿ ਦੋ ਘੇਰ ਕੇ ਕਿਸੇ ਨੂੰ ਬਹਿ ਜਾ 2 ਘੰਟੇ 4 ਘੰਟੇ ਲਾ, ਬਹਿ ਜਾ, ਜੱਚ ਜਾ ਇੱਥੇ, ਕਹਿੰਦਾ ਨਾ ਇੱਥੇ ਮੇਰਾ ਕੰਮ ਹੀ ਨਹੀਂ ਹੈ ਕੋਈ ਬੈਠਣ ਦਾ। ਜੇ ਕੰਮ नहीं है फिर इन्ना चमकाउणा काहदे वास्ते आ? एडे एडे बीम, एडे एडे लेंटर काहदे वास्ते पाई जाने हो? फिर तां नकम्मे काम करदे ना। आपां अपने आप नूं सोचो थोड़ा जिहा कित्थे खड़े आपां। हाँ, जे उत्थे रुकना तां ओह अवस्था सानूं कबीर ते फरीद वाली बनाउणी पऊगी। मुर्दा आ रहा ਉਹਦੇ ਵੱਲ देखो ਵੀ ਇਹਦੀ ਕੀ स्थिति आ हुण इस टाइम ते, लोग की कुछ करदे ਇਹਦੇ मंग आउण वाले। मुर्दे नूं जलाया जा रहा गा, क्यों किवें? सवाल करो उत्थे। मुर्दे नूं जद दब्बिया जा रहा गा, मतलब बाबा कबीर फरीद जी ज़्यादातर ਉਹ अवस्था लोकां दी देख के फिर अपने मूँह दे विचों ना आवाज़ दिंदे ने। ਉਹ ਕਿਹੜੀ आवाज़ दिंदे ने? आ मौत रूपी जीवन वेख के, मतलब अवस्था वेख के मेरी हुण जिंद ना कंबदी आ, डरदी आ, मेरा अंदर धड़क रहा, टपक टपक बज रहा गा। रैन गई मत दिन भी जाए, काली दाढ़ी जवानी लंघ गई, दिन चिट्टी दाढ़ी चिट्टे केस लंघ गई, नैनो नीर बह तन खीना भय केस दुद्धवानी क्या ना, दुध वर्गे चिट्टे केस। वो अवस्था दिन भी गया। उस तो बाद आया कि मौत, ते मौत नूं देख के अगला स्टैप वेख के हुण मेरे अंदर डर पैदा हो गया। की हुण अगला साडा सवाल हैगा, की डर मन के ओदा कोई हल हो सकदा? ना। मन लवो भी अपने घर दे विच कोई चढ़ के आया, कोई धाड़वी बाहरों हमलावर, ते आपां डरदे रहिए, हल हो जू? ना। भावें डरो भावें मुकाबला करो। ਉਹ ਜੋ धाड़वी चढ़ के आए ना, हमलावर चढ़ के आए ने, उन्होंने ਉਹੀ ਦਾ ਪੇਚ ਵਰਤਣਾ। उदाहरण होर सौखा मान लो, अज दे हालातां मुताबक रस्ते विच साडी किसी ने गड्डी घेर ली, हथ बन्नी जाओ तां भी अगले ने अपने हुज्जे ही मारनियां ने, कुट्टना ही आ, हो सकदा मार भी देण, हथ बन्नी जाओ भावें, ते भावें उन्हां दा मुकाबला कर लो, हो सकदा मुकाबले दी अवस्था च वो भज जाण, पर सट्टां मुकाबले च ही वजणगीਆਂ। भाव हथ बन्नण नाल भी कुੱਟ पैनी आ ते मुकाबला करन दे नाल भी कुੱਟ पैनी आ। हो सकदा कुछ चांस ने मुकाबला करन दे नाल ओ भज जाण। मौत रूपी भाव अवस्था आवेगी, डरन दे नाल बाबा कबीर साहब जी कुछ नहीं बनना। खड़ा हो, उद्यम कर, उपराला कर, मौत नाल जूझण दा दा सिख, मौत नाल जूझण दा, ਉਹਦੇ ਨਾਲ मुकाबला करन दा दा सिख। ਤੇ ਜਦੋਂ ਮੁਕਾਬਲਾ ਕਰਨ ਦਾ ਦਾਸ ਸਿੱਖੇਗਾ ਨਾ, ਸ਼ਾਇਦ
ਫਿਰ ਤਾਂ ਮੈਨੂੰ ਇਉਂ ਲੱਗਦਾ ਗਾ ਵੀ ਆਪਾਂ ਨੂੰ ਕਿਤੇ ਆਸੇ-ਪਾਸੇ ਗੁਆਂਢੀਆਂ ਦੇ ਘਰੇ ਜਾਣ ਦੀ ਲੋੜ ਨਹੀਂ ਹੈ। ਨਾ ਯਿਸੂ ਮਿਸੂ ਵਾਲਿਆਂ ਕੋਲੇ ਜਾਣ ਦੀ ਲੋੜ ਆ, ਨਾ ਸਰਸੇ ਵਾਲੇ, ਨਾ ਭਨਿਆਰਾਂ ਵਾਲੇ, ਨਾ ਰਾਧਾ ਸੁਆਮੀ, ਕਿਸੇ ਕੋਲੇ ਜਾਣ ਦੀ ਲੋੜ ਨਹੀਂ। ਜੇ ਜਾਣਾ ਉਹ ਆਪਣੀ ਮਰਜ਼ੀ ਰਹੇਗੀ, ਮੰਦਰਾਂ ਜਾਣਾ, ਮਸੀਤਾਂ ਜਾਣਾ, ਆਪਣੀ ਅਵਸਥਾ, ਆਪਾਂ ਕਿਸ ਆਗਾਜ਼ ਦੇ ਵਿੱਚ ਜ਼ਿੰਦਗੀ ਜਿਉਂਦੇ ਉਹ ਸਾਡਾ ਸੁਭਾਅ। ਪਰ ਮੈਨੂੰ ਲੱਗਦਾ ਵੀ ਜਾਣ ਦੀ ਲੋੜ ਨਹੀਂ ਹੈ। ਕਿਤੇ ਨਹੀਂ ਆਹ ਮਿਸਾਲ ਮਿਲਦੀ ਵੀ 80 ਸਾਲ ਦਾ ਬਾਬਾ 18 ਸਿਰ ਦਾ ਖੰਡਾ ਚਲਾਵੇ ਤੇ ਅੱਗੋਂ ਮੌਤ ਨੂੰ ਵੀ ਲਲਕਾਰਾ ਮਾਰੇ, ਮੌਤ ਨੂੰ ਵੀ ਆਵਾਜ਼ ਮਾਰਦਾ ਵੀ ਕਿਤੇ ਹੈ ਤਾਂ ਦਰਸ਼ਨ ਦੇ ਜਾ। ਲੋਕ ਡਰਦੇ ਨੇ ਪਰ ਮੈਂ ਨਹੀਂ ਡਰਦਾ। ਕੱਲਾ 80 ਸਾਲ ਦਾ ਨਹੀਂ, ਹੋਰ ਉਦੋਂ ਟੱਪੇ ਹੋਏ ਬਹੁਤ ਨੇ ਤੇ ਉਦੋਂ ਛੋਟੇ ਬਹੁਤ ਨੇਗੇ। ਇਹ ਸਾਡੇ ਇਤਿਹਾਸ ਦੀ ਮਿਸਾਲ ਆ। ਬਾਬਾ ਦੀਪ ਸਿੰਘ ਦਾ ਇਸ਼ਾਰਾ ਕੀਤਾ ਮੈਂ, ਬਜ਼ੁਰਗ ਬਾਬਾ ਜਿਹੜਾ 18 ਸਿਰ ਦਾ ਖੰਡਾ ਵਾਹੁੰਦਾ ਗਾ, ਭਾਵ ਉਹ ਨਹੀਂ ਡਰਦਾ ਗਾ, ਭਾਵੇਂ ਸਰੀਰਕ ਅਵਸਥਾ ਦਿਨ ਦੇ ਵਿੱਚ ਗੁਜ਼ਰ ਰਹੀ ਹੈ, ਮਤਲਬ ਚਿੱਟਾ ਦਾੜਾ, ਬਜ਼ੁਰਗ ਅਵਸਥਾ, ਪਰ ਅੰਦਰੋਂ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਫਿਰ ਉਹ ਬੁੱਢੇ ਨਹੀਂ ਹੁੰਦੇਗੇ। ਨਾ ਉਹ ਬੁੱਢਾ ਨਾ ਉਹ ਬਾਲਾ। ਪਰਮਾਤਮਾ ਦੀ ਅਵਸਥਾ ਵੀ ਇਹੀ ਆ, ਨਾ ਉਹ ਬੁੱਢਿਆਂ ਦੇ ਵਿੱਚ ਆ ਨਾ ਉਹ ਬਾਲਾਂ ਦੇ ਵਿੱਚ ਆ। ਇਹੀ ਅਵਸਥਾ ਗੁਰੂ ਸਾਹਿਬ ਕਹਿੰਦੇ, ਜੇ ਤੂੰ ਰਾਤ ਤੇ ਦਿਨ ਦੀ ਪਰਿਭਾਸ਼ਾ ਨੂੰ ਸਮਝ ਗਿਆ ਨਾ, ਬਾਹਰੋਂ ਰੰਗ ਕਰਨ ਦੇ ਨਾਲ, ਬਾਹਰੋਂ ਤਰਤੀਬ ਬਦਲਣ ਦੇ ਨਾਲ ਜਵਾਨੀ ਜਾਂ ਬੁਢੇਪੇ ਦਾ ਫਰਕ ਨਹੀਂ ਪੈਣਾ। ਤੂੰ ਅੰਦਰੋਂ ਆਪਣੀ ਸੁਰਤ ਦੇ ਵਿੱਚ ਰੱਬੀ ਟੀਕਾ, ਗਿਆਨ ਦਾ ਟੀਕਾ ਲਾ, ਭਾਵ ਬਚਪਨ ਵਿੱਚ ਵੀ ਤੇਰੀ ਉਹੀ ਅਵਸਥਾ, ਜਵਾਨੀ ਵਿੱਚ ਵੀ ਉਹੀ ਅਵਸਥਾ ਤੇ ਬੁਢੇਪੇ ਵਿੱਚ ਵੀ ਉਹੀ ਅਵਸਥਾ ਹੋਵੇ। ਆਹ ਅਵਸਥਾ ਵਿੱਚ ਜ਼ਿੰਦਗੀ ਜਿਉਵੇਂਗਾ, ਤੇਰੀ ਜਿੰਦ ਡਰਦੀ ਨਹੀਂ, ਜਿੰਦ ਡਰੂ ਨਹੀਂ। ਇਹ ਗੁਰੂ ਨਾਨਕ ਸਾਹਿਬ ਨੇ ਲਿਖਿਆ, ਜਿੰਦ ਨਹੀਂ ਡਰੂ। ਅੱਛਾ, ਜੇ ਵਾਰੀ ਤੌਰ ਤੇ ਆਪਾਂ ਬਦਲਦੇ ਆਪਣੇ ਆਪ ਨੂੰ, ਫਿਰ ਮਾਫ ਕਰਨਾ, ਉਹ ਸਿਆਣੇ ਦੀ ਕਹਾਵਤ ਆ, ਕਹਿੰਦੇ ਬੰਦਾ ਰੱਸੀਆਂ ਦੇ ਪਰਛਾਵਿਆਂ ਤੋਂ ਵੀ ਡਰ ਜਾਂਦਾ, ਰੱਸੀਆਂ ਨੂੰ ਵੀ ਸੱਪ ਮੰਨ ਬਹਿੰਦਾ, ਜੇ ਗੁਰੂ ਦਾ ਗਿਆਨ ਆਪਣੇ ਪੱਲੇ ਹੈ ਨਹੀਂ। ਅੱਛਾ, ਜੇ ਗੁਰੂ ਦਾ ਗਿਆਨ ਬਲਬ ਜਗਦਾ ਗਾ ਤਾਂ ਰੱਸੀ ਰੱਸੀ ਲੱਗੂ, ਸੱਪ ਸੱਪ ਲੱਗੂ। ਫਿਰ ਸਾਨੂੰ ਪਤਾ ਲੱਗ ਜੂ ਕਿਹੜੀ ਰੱਸੀ ਹੈ ਤੇ ਕਿਹੜਾ ਸੱਪ ਆ। ਤੇ ਨਹੀਂ ਤਾਂ ਸੱਪਾਂ ਦੇ ਭਲੇਖੇ ਰੱਸੀਆਂ ਤੋਂ ਖਾ ਕੇ ਬਹੁਤਿਆਂ ਦੀ ਮੌਤਾਂ ਇਸ ਧਰਤੀ ਤੇ ਹੋਈਆਂ ਨੇ। ਡਰ ਗਿਆ ਬੰਦਾ, ਕਹਿੰਦਾ ਦਹਿਲ ਗਿਆ ਜੀ। ਤੇ ਗੁਰੂ ਕਹਿੰਦਾ ਫਿਰ ਇੱਥੇ ਤੈਨੂੰ ਦਹਿਲਣ ਦੀ ਲੋੜ ਨਹੀਂ, ਤੈਨੂੰ ਇੱਥੇ ਡਰਨ ਦੀ ਲੋੜ ਨਹੀਂ ਹੈ। ਫਿਰ ਲਿਖਿਆ ਕੀ ਆ, ਥਰ ਹਰ ਕੰਪੈ ਬਾਲਾ ਜੀਓ, ਥਰ ਹਰ ਕੰਪੈ, ਥਰਨ ਥਰਨ ਕੰਬਦਾ ਬੰਦਾ। ਰਾਤ ਗੁਜ਼ਰ ਗਈ, ਜਵਾਨੀ ਲੰਘ ਗਈ, ਬੁਢੇਪਾ ਦਿਨ, ਉਦੋਂ ਅਗਲਾ ਸਟੈਪ ਮੌਤ। ਮੌਤ ਨੂੰ ਦੇਖ ਕੇ ਹਰ ਕੋਈ ਰੋਂਦਾ, ਹਰ ਕੋਈ ਕੰਬਦਾ, ਹਰ ਕੋਈ ਨਿਮੋ ਝਾਣਾ ਜਿਹਾ ਹੋ ਜਾਂਦਾ। ਪਰ ਇਹ ਤਾਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਵਰਗੇ ਨੇ ਜਿਹੜੇ ਉਦਾਸ ਨਹੀਂ ਹੋਏ ਮੌਤ ਨੂੰ ਦੇਖ ਕੇ। ਚਾਰ ਚੁਫੇਰੇ ਦੁਸ਼ਮਣੀ ਦੁਸ਼ਮਣ ਨੇ, ਆਪਦਾ ਤਾਂ ਕੋਈ ਵੀ ਨਹੀਂ ਨਜ਼ਰ ਆਉਂਦਾ। ਜੋ ਵੀ ਉਸ ਟਾਈਮ ਤੇ ਫਤਵਾ ਮੜਿਆ ਗਿਆ ਉਹਦੇ ਬਾਰੇ ਪਤਾ ਵੀ ਆ ਨੀਹਾਂ ਵਿੱਚ ਚਿਣ ਕੇ ਸਾਨੂੰ ਬੜੀ ਸਖਤ ਤੋਂ ਸਖਤ ਸਜ਼ਾ ਦੇ ਕੇ ਮੌਤ ਦੇ ਘਾਟ ਉਤਾਰ ਦੇਣਾ, ਪਰ ਉਦਾਸੀ ਕੋਈ ਨਹੀਂ ਚਿਹਰੇ ਤੇ। ਇੱਕ ਨਹੀਂ, ਇਹ ਨੇਕੀ ਮਿਸਾਲਾਂ ਆਪਾਂ ਵੇਖ ਸਕਦੇ ਆ। ਮਨੀ ਸਿੰਘ ਹੋਰਾਂ ਦੇ ਅੱਗੇ ਖਪਰੇ ਤਿੱਖੇ ਕਰੇ ਗਏ ਨਾ, ਬੰਦ ਬੰਦ ਕੱਟਣਾ, ਉਦਾਸੀ ਕੋਈ ਨਹੀਂ। ਸਾਡਾ ਇਤਿਹਾਸ ਤਾਂ ਇਹ ਦੱਸਦਾ, ਬਾਬਾ ਮਨੀ ਸਿੰਘ ਨੇ ਨਾ ਮਿਸ਼ਰੀ ਮੰਗਵਾਈ ਸੀ ਜਲਾਦ ਤੋਂ। ਜਦੋਂ ਜਲਾਦ ਆਇਆ ਨਾ, ਦਾਹ ਲੈ ਕੇ ਬਾਬਾ ਮਨੀ ਸਿੰਘ ਦਾ ਬੰਦ ਬੰਦ ਕੱਟਣ ਦੇ ਲਈ, ਤੇ ਬਾਬਾ ਮਨੀ ਸਿੰਘ ਨੇ ਕੀ ਕਿਹਾ ਸੀ, ਕਹਿੰਦਾ ਉਹ ਜਲਾਦਾ ਕੀ ਕਰਦਾ, ਕਹਿੰਦਾ ਤੇਰਾ ਬੰਦ ਬੰਦ ਕੱਟੂਗਾ। ਅੱਛਾ, ਇਹ ਬੰਦ ਬੰਦ ਕੱਟਣ ਦਾ ਹੁਕਮ ਕਿਹਦਾ, ਕਹਿੰਦਾ ਮੇਰੇ ਮਾਲਕ ਦਾ। ਤੇ ਤੈਨੂੰ ਇਹ ਤੇਰੇ ਮਾਲਕ ਨੇ ਹੁਕਮ ਕੀਤਾ ਬੰਦ ਬੰਦ ਕੱਟਣਾ, ਤੈਂ ਮੇਰੇ ਮਾਲਕ ਨੇ ਹੁਕਮ ਕੀਤਾ ਬੰਦ ਬੰਦ ਕਟਵਾਉਣਾ। ਤੇ ਕੋਈ ਵੀ ਕੰਮ ਸ਼ੁਰੂ ਕਰੇ ਸਾਡੇ ਸਿੱਖ ਦਾ ਜਿਹੜਾ ਫਰਜ਼ ਆ ਨਾ, ਨੀਤੀ ਆ ਜਿਹੜੀ, ਸਿੱਖ ਕੋਈ ਵੀ ਕੰਮ ਸ਼ੁਰੂ ਕਰਦਾ ਨਾ ਤੇ ਉਹ ਖੁਸ਼ੀ ਖੁਸ਼ੀ ਦੇ ਨਾਲ ਮਿੱਠੇ ਤੋਂ ਸ਼ੁਰੂ ਕਰਦਾ, ਮਿੱਠਾ ਵੰਡਿਆ ਜਾਂਦਾ। ਇਹ ਪਰਿਭਾਸ਼ਾ ਬਾਬਾ ਮਨੀ ਸਿੰਘ ਦੀ ਸਮਝੋ। ਆਪਾਂ ਨੌਜਵਾਨ ਦੀ ਮੌਤ ਹੋਈ ਹੈ ਨਾ, ਮਿੱਠਾ ਪ੍ਰਸ਼ਾਦ ਇੱਥੇ ਮਿਲਦਾ ਆਇਆ ਨੂੰ, ਠੀਕ ਆ। ਉਹ ਆਪਾਂ ਪੱਖ ਭਾਵੇਂ ਸਮਝ ਗਏ ਭਾਵੇਂ ਨਾ ਸਮਝੀਏ, ਨਾ ਹੀ ਆਪਾਂ ਉਹ ਪੱਖ ਨੂੰ ਜ਼ਾਹਰ ਕਰ ਸਕਦੇ। ਅਗਲਾ ਕਹਿੰਦਾ ਲੈ ਸਾਡਾ ਨੌਜਵਾਨ ਮਰ ਗਿਆ, ਇਹ ਹੋਰੀ ਗੱਲਾਂ ਕਰੀ ਜਾਂਦਾ। ਮਿੱਠਾ ਪ੍ਰਸ਼ਾਦ ਬਾਬੇ ਨਾਨਕ ਨੇ ਮੂੰਹ ਚ ਪਾ ਦਿੰਦੇ, ਕਹਿੰਦਾ ਕੋਈ ਨਾ ਘਬਰਾ ਨਾ, ਇਹ ਤੇਰੇ ਕੱਲੇ ਨਾਲ ਨਹੀਂ ਹੋਈ, ਇਹ ਰੀਤ ਤੁਰੀ ਆਈ ਹੈ ਪਿੱਛੇ ਤੋਂ, ਤੂੰ ਛਕ ਲਾ, ਕੋਈ ਨਾ ਮਿੱਠਾ ਛਕ ਲਾ ਥੋੜਾ ਜਿਹਾ। ਬੰਦਾ ਰੋਟੀ ਖਾਵੇ ਨਾ ਖਾਵੇ, ਪਰ ਇੱਥੇ ਗੁਰੂ ਨਾਨਕ ਦੇ ਦਰ ਤੇ ਚਾਹੇ ਮਿੱਠਾ
ਪ੍ਰਸ਼ਾਦ ਕੜਾਹ ਪ੍ਰਸ਼ਾਦ ਮਿਲੇ, ਚਾਹੇ ਉਹਨੂੰ ਹੋਰ ਕੋਈ ਦੇਗ ਮਿਲੇ, ਪਰ ਮਿੱਠਾ ਜ਼ਰੂਰ ਮਿਲਦਾ। ਮਨੀ ਸਿੰਘ ਕਹਿੰਦਾ ਫਿਰ ਮਿੱਠੇ ਤੋਂ ਕੰਮ ਸ਼ੁਰੂਆਤ ਕਰਨੀ ਆਪਾਂ। ਮਿਸ਼ਰੀ ਲਿਆਗਾ ਭੋਰਾ, ਕਹਿੰਦਾ ਕਾਹਦੇ ਵਾਸਤੇ? ਕਹਿੰਦਾ ਮੈਂ ਮੌਤ ਵਿਆਹੁਣ ਚੱਲਿਆ, ਮੇਰੇ ਗੁਰੂ ਦਾ, ਮੇਰੇ ਮਾਲਕ ਦਾ ਹੁਕਮ ਆ ਬੰਦ ਕਟਵਾਉਣਾ, ਤੇ ਬੰਦ ਕਟਵਾਉਂਦੇ ਆ ਮੈਂ ਮੌਤ ਨੂੰ ਵਿਆਹੁਣ ਜਾਣਾ, ਮਤਲਬ ਭਾਵ ਮੌਤ ਦੇ ਘਾਟ ਉਤਰ ਜਾਣਾ ਨਾ, ਤੇ ਮੈਂ ਮੌਤ ਨੂੰ ਵਿਆਹੁਣ ਜਾਣਾ, ਤੇ ਵਿਆਹ ਤੋਂ ਪਹਿਲਾਂ ਸਗਣਾ ਦਾ ਮਿੱਠਾ ਮੂੰਹ ਕਰੀਦਾਗਾ, ਲਿਆਗਾ ਭਲਾ ਮਿਸ਼ਰੀ ਮੰਗਵਾ। ਸੱਚੀ ਗੱਲ ਆ, ਕਹਿੰਦੇ ਉਸ ਟਾਈਮ ਤੇ ਜਲਾਦ ਨੇ ਨਾ ਮਿਸ਼ਰੀ ਮੰਗਵਾ ਲਈ। ਕਹਿੰਦਾ ਚੱਲ ਕੋਈ ਨਾ, ਸਿੱਖ ਦੀ ਭਾਵਨਾ ਨਾ ਜਾਂਦੀ ਵਾਰ ਦੀ ਮੰਗਵਾ ਲੈਨੇ ਆ। ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ, ਫਿਰ ਮਿਸ਼ਰੀ ਜਲਾਦ ਦੇ ਮੂੰਹ 'ਚ ਵੀ ਭੋਰਾ ਪਾਈ ਤੇ ਆਪਣੇ ਮੂੰਹ 'ਚ ਵੀ ਪਾਈ। ਆਹ ਸਿੱਖਾਂ ਦੀ ਤਰਤੀਬ ਆ। ਡਰ ਗਿਆ? ਡਰਿਆ ਨਹੀਂ ਗਾ। ਇੱਥੇ ਕੀ ਲਿਖਿਆ? ਥਰ ਹਰ ਕੰਪੈ ਬਾਲਾ ਜੀਓ। ਜਦੋਂ ਸਾਡਾ ਸਮਾਜ ਦੇ ਤਲ ਤੇ ਸੁਭਾਅ ਜੁੜਿਆ ਹੋਇਆ ਨਾ, ਪਾਤਸ਼ਾਹ ਜੀ ਕਹਿੰਦੇ ਉਦੋਂ ਤੋਂ ਜਵਾਨੀ ਲੰਘਣ ਤੋਂ ਬਾਅਦ ਬੁਢੇਪਾ ਆ ਗਿਆ, ਬੁਢੇਪਾ ਲੰਘਣ ਤੋਂ ਬਾਅਦ ਮੌਤ ਆ, ਹੋਰ ਕੁਛ ਨਹੀਂ ਆਵੇਗਾ। ਤੇ ਮੌਤ ਨੂੰ ਦੇਖ ਕੇ ਬੰਦਾ ਡਰਨਾ ਸ਼ੁਰੂ ਹੋ ਜਾਂਦਾ, ਘਬਰਾਉਣਾ, ਬਲੱਡ ਘਟ ਗਿਆ, ਵੱਧ ਗਿਆ। ਬੁਢੇਪੇ ਦੀ ਅਵਸਥਾ ਇਹੀ ਹੈ ਨਾ, ਚਾਹੇ ਉਹ ਕਿਸੇ ਦੀ ਵੀ ਹੋਵੇ। ਬੰਦੇ ਦੇ ਨਿੱਕੀਆਂ ਨਿੱਕੀਆਂ ਬਿਮਾਰੀਆਂ ਰੋਜ਼ ਗੋਡੇ ਮੱਲ ਬਹਿੰਦੀਆਂ ਨੇ, ਸਰਾਣਾ ਮੱਲ ਬਹਿੰਦੀਆਂ ਨੇਗੀਆਂ, ਚਾਰ ਚਫੇਰਿਓਂ ਆਸਾ ਪਾਸਾ ਮੱਲ ਕੇ ਬਹਿ ਜਾਂਦੀਆਂ ਨੇ। ਕਦੇ ਕੁਝ ਦੁਖਦਾ, ਕਦੇ ਕੁਝ ਦੁਖਦਾ, ਕਦੇ ਕੁਝ ਦੁਖਦਾ। ਇਹ ਸਾਰਾ ਕਾਰਨ ਕੀ ਆ? ਇਹ ਸਾਰਾ ਕਾਰਨ ਹੈ ਮੌਤ ਨੇੜੇ ਦਿਸੀ ਜਾਂਦੀ ਆ, ਤਾਈਓਂ ਦਰਦ ਹੁੰਦਾ, ਤਾਈਓਂ ਚੀਸਾਂ ਪੈਂਦੀਆਂ ਨੇ। ਤੇ ਹੁਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੂ ਕਿਆ ਕਰਸੀ ਪੀਓ। ਕਬੀਰ ਸਾਹਿਬ ਜੀ ਕਹਿੰਦੇ ਮੇਰੀ ਨਾ ਜਿੰਦ, ਇੱਥੇ ਭਾਵੇਂ ਮਹਾਂਪੁਰਖਾਂ ਦਾ ਆਪਣਾ ਸੁਭਾਗ ਆ, ਉਹਨਾਂ ਨੇ ਆਪਣੇ ਤੇ ਗੱਲ ਲਾ ਕੇ ਕੀਤੀ ਆ, ਆਪਣੇ ਵੱਲ ਹੱਥ ਕਰਕੇ ਗੱਲ ਕੀਤੀ ਆ। ਭਾਵ ਕਿਹਾ ਭਾਵੇਂ ਆਪਣੇ ਆਪ ਨੂੰ ਆ, ਪਰ ਭਗਤ ਕਬੀਰ ਸਾਹਿਬ ਨਹੀਂ ਡਰਦੇਗੇ। ਉਹਨਾਂ ਦਾ ਸੁਭਾਅ ਨਹੀਂ ਹੈ ਡਰਨ ਵਾਲਾ, ਉਹ ਤਾਂ ਡਰ ਤੋਂ ਮੁਕਤ ਨੇ, ਉਹ ਤਾਂ ਰੱਬੀ ਰਜਾ ਵਿੱਚ ਰਹਿੰਦੇ ਆ ਨਾ। ਜੇ ਰੱਬ ਡਰ ਤੋਂ ਮੁਕਤ ਹੈ, ਨਿਰਭਉ ਨਿਰਵੈਰ ਵਾਲਾ ਜੀਵਨ ਜਿਉਂਦਾ, ਤੇ ਰੱਬ ਆਪਣੇ ਸਿੱਖ ਸੇਵਕਾਂ ਨੂੰ ਸੁਭਾਅ ਵੀ ਉਹੀ ਦਿੰਦਾ। ਤੇ ਭਗਤ ਕਬੀਰ ਸਾਹਿਬ ਵਰਗੇ ਡਰਦੇ ਨਹੀਂ, ਨਾ ਡਰਦੇ ਆ ਨਾ ਡਰਾਉਂਦੇ। ਅਵਸਥਾ ਆ ਗਈ, ਪਰ ਉਹਨਾਂ ਨੇ ਉਂਗਲ ਆਪਣੇ ਵੱਲ ਕਰਕੇ ਸਮਝਾ ਦਿੱਤਾ। ਕਿਸੇ ਨੂੰ ਗੰਦ ਚੋਂ ਕੱਢਣਾ ਹੋਵੇ ਤਾਂ ਗੰਦ ਵਿੱਚ ਵੜਨਾ ਪੈ ਜਾਂਦਾ, ਇਹ ਨਹੀਂ ਹੈ ਵੀ ਨਹੀਂ ਵੜਨਾ ਪਊਗਾ। ਸਾਡਾ ਡਰ ਦੂਰ ਕਰਨ ਦੇ ਲਈ ਭਗਤ ਕਬੀਰ ਸਾਹਿਬ ਵਰਗਿਆਂ ਨੇ ਆਪਣੇ ਵੱਲ ਹੱਥ ਕਰਕੇ ਕਿਹਾ। ਭਾਵ ਆ ਤੀਜੇ ਸਟੈਪ ਦੇ ਵਿੱਚ ਨਾ ਬੰਦੇ ਦਾ ਸੁਭਾਅ ਡਰੂ ਵਾਲਾ ਬਣ ਜਾਂਦਾ, ਡਰਨਾ ਸ਼ੁਰੂ ਕਰ ਦਿੰਦਾ। ਸਾਡੀ ਜਿੰਦ, ਸਰੀਰ ਭਾਵੇਂ ਡਰੇ ਨਾ ਡਰੇ। ਸਰੀਰ ਤਾਂ ਕਈ ਵਾਰੀ ਕਹਿੰਦਾ ਨਾ, ਮੌਤ ਦੇ ਕਿਨਾਰੇ ਦੇ ਨੇੜੇ ਹੁੰਦਾ ਬੰਦਾ, ਨਹੀਂ ਕੋਈ ਪਰਵਾਹ ਨਹੀਂ, ਡਰਦੇ ਨਹੀਂ, ਆਪਾਂ ਨਹੀਂ ਡਰਦੇਗੇ। ਤੇ ਅੰਦਰੋਂ ਚੈੱਕ ਕਰਕੇ ਦੇਖੋ, ਬਲੱਡ ਘਟਿਆ ਹੁੰਦਾ ਜਾਂ ਵਧਿਆ ਹੁੰਦਾ। ਬਲੱਡ ਘਟੇ ਜਾਂ ਵਧੇ ਦਾ ਮਤਲਬ ਕੀ ਬਣ ਗਿਆ? ਵੀ ਜਿੰਦ ਕਰਕੇ ਬੰਦਾ ਡਰ ਰਿਹਾ, ਅੰਦਰੋਂ ਡਰ ਰਿਹਾ ਹੈਗਾ। ਅੰਦਰੋਂ ਇਹਦੀ ਜਿੰਦ ਆ ਜਿਹੜਾ ਨਾ, ਅੰਦਰੋਂ ਇਹਦਾ ਸੁਭਾਅ ਉਹ ਡਰ ਰਿਹਾ ਹੈਗਾ। ਥਰ ਹਰ ਕੰਪੈ ਬਾਲਾ ਜੀਓ। ਫਿਰ ਅੱਗੇ ਕੀ ਕਿਹਾਗਾ? ਨਾ ਜਾਨੂ ਕਿਆ ਕਰਸੀ ਪੀਓ। ਹੁਣ ਡਰਨ ਵਾਲਾ ਮਨੁੱਖੀ ਸੁਭਾਅ ਕਿਉਂ ਬਣ ਗਿਆ? ਹੁਣ ਮੰਨ ਲਵੋ, ਉਦਾਹਰਨ ਇੱਕ ਵੀ ਸਾਨੂੰ ਇੱਥੇ ਕੋਈ ਬੰਦਾ ਆ ਕੇ ਨਾ ਕਹਿ ਜਾਵੇ, ਭਾਈ ਅੱਜ ਤੂੰ 9 ਵਜੇ ਨਾ ਪੰਚਾਇਤ 'ਚ ਆ ਜੀ, ਉੱਥੇ ਤੈਨੂੰ ਸੱਦਿਆ। ਅਸੀਂ ਪੁੱਛਾਂਗੇ ਕੰਮ, ਕਹਿੰਦਾ ਕੰਮ ਦਾ ਮੈਨੂੰ ਵੀ ਨਹੀਂ ਪਤਾ, ਤੈਨੂੰ ਬੁਲਾਵਾ ਦਿੱਤਾ, ਮੈਂ ਤੈਨੂੰ ਸੁਨੇਹਾ ਲਾ ਦਿੱਤਾ। ਸੱਚੀ ਗੱਲ ਜਾਣੋ, ਸਾਡਾ ਅੰਦਰੋਂ ਦੀ ਡਰਨ ਲੱਗ ਜੂ, ਪਤਾ ਨਹੀਂ ਕੀ ਹੋਊਗਾ। ਕਿਆ ਜਾਨੂ ਕਿਆ ਕਰਸੀ ਪੀਓ। ਕਰਸੀ ਪੀਓ ਤੋਂ ਭਾਵ ਕੀ ਆ? ਵੀ ਮੈਨੂੰ ਨਹੀਂ ਪਤਾ ਲੱਗਦਾ ਵੀ ਹੁਣ ਮੇਰੇ ਨਾਲ ਕੀ ਵਰਤਾਓ ਕੀਤਾ ਜਾਣਾਗਾ। ਬੰਦੇ ਦਾ ਡਰਨ ਦਾ ਸੁਭਾਅ ਵੀ ਮੈਨੂੰ ਪਤਾ ਨਹੀਂ ਮੇਰੇ ਨਾਲ ਵਰਤਾਓ ਕੀ ਹੋਣਾ। ਰੱਬ ਦੀ ਪੰਚਾਇਤ ਜੁੜੀ ਆ, ਉਹ ਵਾਹਿਗੁਰੂ ਪਰਮੇਸ਼ਰ ਮਾਲਕ ਦੀ ਪੰਚਾਇਤ, ਰੱਬੀ ਕਾਨੂੰਨ ਜਿੱਥੇ ਚੱਲਦਾ ਨਾ, ਉਹ ਜੁੜੀ ਹੋਈ ਆ। ਉਹ ਕਾਨੂੰਨ ਮੇਰੇ ਤੇ ਲਾਗੂ ਹੋਣਾ ਕਦੋਂ? ਹਰ ਟਾਈਮ ਹੀ ਲਾਗੂ ਹੋ ਰਿਹਾ ਹੈਗਾ, ਪਰ ਉਹ ਕਾਨੂੰਨ ਨੂੰ ਅਸੀਂ ਸਮਝਦੇ ਬੁਢੇਪੇ ਵਿੱਚ ਜਾ ਕੇ ਆ, ਚਿੱਟੇ ਦਿਨ 'ਚ ਜਦੋਂ ਸਮਝਦੇ ਆ ਉਦੋਂ ਡਰਨਾ ਸ਼ੁਰੂ ਕਰ ਦਿੰਦੇ ਆ। ਡਰਨਾ ਕਿਉਂ ਸ਼ੁਰੂ ਕੀਤਾ? ਕਿਉਂਕਿ ਮੇਰੇ ਜੀਵਨ ਦੇ ਵਿੱਚ ਮੈਨੂੰ ਪਤਾ ਮੈਂ ਕਿੰਨੇ ਕੁ ਆਪਣੀ ਆਤਮਾ ਨੂੰ ਦਾਗ ਲਾਏ ਨੇ। ਜਿਹੜੇ ਆਤਮਾ ਨੂੰ ਦਾਗ ਲੱਗਿਆ ਨਾ, ਉਹ ਮੇਰੇ ਪਰਿਵਾਰ ਨੂੰ ਦਿਸਦੇ ਨਹੀਂ। ਹੁਣ ਤੱਕ ਤਾਂ ਮੈਂ ਉਹਨਾਂ ਤੇ ਪਰਦਾ ਪਾਈ ਰੱਖਿਆ,
ਹੁਣ ਹੁਣ ਮੈਨੂੰ ਸੱਦਾ ਆ ਗਿਆ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਹੁਣ ਸੱਦਾ ਆ ਗਿਆ ਨਾ, ਬੁਲਾਵ ਆ ਗਿਆ। ਜਿਨ ਕੀ ਚੀਰੀ ਦਰਗਾਹ ਪਾਟੀ, ਪੰਚਾਇਤ ਨੇ ਸੁਨੇਹਾ ਭੇਜਤਾ, ਫਲਾਣੇ ਬੰਦੇ ਨੂੰ ਭਾਈ ਸੱਦ ਲਿਆ, ਚੌਕੀਦਾਰ ਨੂੰ ਕਹਿਤਾ, ਉਹ ਸੁਨੇਹਾ ਲਾ ਗਿਆ। ਹੁਣ ਬੰਦਾ ਡਰਨ ਲੱਗ ਗਿਆ। ਜੇ ਤਾਂ ਬੰਦਾ ਸਹੀ ਸੀ, ਉਹ ਕਹਿੰਦਾ ਕੋਈ ਗੱਲ ਨਹੀਂ, ਸੱਦ ਲਿਆ ਤੇ ਜਾ ਵੜਾਂਗੇ, ਏਡੀ ਕਿੱਡੀ ਗੱਲ ਆ ਗਈ। ਪੁੱਛ ਲਿਆ ਉਹਨੇ ਕੀ ਕੰਮ ਆ, ਕੀ ਸਾਡੇ ਲਈ ਭਾਵ ਤੁਹਾਡੀ ਲੋੜ ਪੈਗੀ, ਪੁੱਛ ਲੈਨੇ ਆ। ਉਹ ਡਰਦਾ ਨਹੀਂ। ਜਿਹੜਾ ਅੰਦਰੋਂ ਆਪਾਂ ਆਪਣੀ ਭਾਸ਼ਾ 'ਚ ਗੱਲ ਕਰੀਏ ਵੀ ਕਾਣਾ ਸੀ, ਉਹ ਡਰ ਗਿਆ। ਉਹ ਕਹਿੰਦਾ ਮੈਂ ਤਾਂ ਉੱਥੇ ਜਾਂਦਾ ਹੀ ਨਹੀਂ, ਛੱਡ ਖੜਾ। ਉਹ ਵਿਚਰ ਗਿਆ। ਚਲੋ ਅਗਲਾ ਚੱਕ ਕੇ ਫਿਰ ਵੀ ਲੈ ਜਾਂਦਾ, ਉਹ ਇੱਕ ਵੱਖਰਾ ਵਿਸ਼ਾ ਹੈਗਾ, ਬੁਲਾ ਫਿਰ ਵੀ ਲੈਂਦਾ ਹੈਗਾ। ਰੱਬ ਨੇ ਇਵੇਂ ਜਿਵੇਂ ਸੁਨੇਹਾ ਭੇਜਤਾ ਸਾਡੇ ਤੱਕ ਵੀ ਤੈਨੂੰ ਮੈਂ ਸੱਦਣਾ ਭਾਈ, ਲੈ ਕੇ ਜਾਣਾ ਤੈਨੂੰ ਮੈਂ, ਤੇ ਉਹ ਸੱਦਾ ਰੱਬੀ ਹੁਕਮ ਆ ਗਿਆ। ਹੁਕਮ ਆ ਨਾ, ਉਹ ਜਿਨ੍ਹਾਂ ਨੂੰ ਆਪਾਂ ਜਮਦੂਤ ਵੀ ਕਹਿੰਦੇ ਨੇ, ਵੀ ਜਮਦੂਤ ਆਏ ਤੇ ਬੰਦੇ ਦੀ ਜਿੰਦ ਕੱਢ ਕੇ ਲੈ ਗਏ। ਸ਼ਾਇਦ ਉਹ ਜਮਦੂਤ ਉਹ ਨਹੀਂ ਜਿਨ੍ਹਾਂ ਨੂੰ ਅਸੀਂ ਸਮਝੀ ਬੈਠੇ ਆ। ਉਹ ਜਮਦੂਤ ਕਿਹੜਾ ਹੈਗਾ? ਉਹ ਤਾਂ ਰੱਬੀ ਹੁਕਮ ਆ। ਹੁਕਮ ਆਇਆ, ਸਾਡੇ ਸਰੀਰ ਚੋਂ ਜਾਨ ਕੱਢ ਕੇ ਲੈ ਗਿਆ। ਹੁਕਮ 'ਚ ਹੀ ਜਾਨ ਪਈ ਸੀ, ਹੁਕਮ 'ਚ ਹੀ ਉਹ ਜਾਨ ਕੱਢ ਕੇ ਲੈ ਗਿਆ। ਪਰ ਉਹ ਹੁਕਮ ਆਉਣ ਤੋਂ ਪਹਿਲਾਂ ਸਾਡੀ ਜਿੰਦ ਅੰਦਰੋਂ ਡਰ ਰਹੀ ਹੈ। ਕਿਉਂ ਡਰਦੀ ਆ? ਕਿਉਂਕਿ ਜ਼ਿੰਦਗੀ 'ਚ ਮੈਂ ਭਲੇ ਦਾ ਕਾਰਜ ਕੋਈ ਨਹੀਂ ਕੀਤਾ, ਇਹ ਮੈਨੂੰ ਪਤਾ, ਹੋਰਾਂ ਨੂੰ ਨਹੀਂ ਪਤਾ, ਮੈਨੂੰ ਪਤਾ। ਮੈਨੂੰ ਪਤਾ ਹੋਣ ਕਰਕੇ ਤੇ ਮੈਂ ਹੁਣ ਡਰ ਰਿਹਾ। ਮੇਰੀ ਜਿੰਦ ਆ ਜਿਹੜੀ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਡਰ ਰਹੀ ਆ। ਅੱਗੇ ਲਿਖਿਆ ਕਿ ਕਿਆ ਨਾ ਜਾਣੂ ਕਿਆ ਕਰਸੀ ਪੀਓ, ਮੈਂ ਜਾਣਦਾ ਨਹੀਂ ਵੀ ਮੇਰੇ ਨਾਲ ਉੱਥੇ ਵਰਤਾਓ ਕੀ ਹੋਣਾ, ਇਸ ਕਰਕੇ ਮੈਨੂੰ ਡਰ ਲੱਗ ਰਿਹਾ। ਲੇਖਾ ਰੱਬ ਮਗੇਸੀਆ ਬੈਠਾ ਗੱਡ ਬਹੀ, ਉਹ ਪੰਚਾਇਤ ਆ ਜਿੱਥੇ ਮੇਰਾ ਹਿਸਾਬ ਕਿਤਾਬ ਕੀਤਾ ਜਾਣਾਗਾ। ਤੇ ਫਿਰ ਹਿਸਾਬ ਕਿਤਾਬ ਕਰਵਾਉਣ ਤੋਂ ਪਹਿਲਾਂ ਕਬੀਰ ਸਾਹਿਬ ਜੀ ਕਹਿੰਦੇ ਹੁਣ ਅਸੀਂ ਚਾਹੇ ਭਾਵੇਂ ਰਾਤ ਵਿੱਚ ਗੁਜ਼ਰ ਰਹੇ ਹਾਂ, ਭਾਵੇਂ ਜਵਾਨੀ 'ਚ, ਉਹ ਆਪਾਂ ਜਿਹੜੇ ਤੁਸੀਂ ਪਹਿਲਾਂ ਆਏ ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਕਾਹਦੀ ਰਾਤ ਆ ਤੇ ਕਿਹੜਾ ਦਿਨ ਆ। ਉਹ ਭਾਵੇਂ ਰਾਤ 'ਚ ਗੁਜ਼ਰ ਰਹੇ ਆ ਤੇ ਭਾਵੇਂ ਦਿਨ 'ਚ ਗੁਜ਼ਰ ਰਹੇ ਆ। ਚਿੱਟਾ ਦਾੜਾਗਾ ਤੇ ਭਾਵੇਂ ਕਾਲਾ ਦਾੜਾ। ਕਾਲਾ ਦਾੜਾ ਰਾਤ ਦਾ ਪ੍ਰਤੀਕ ਤੇ ਚਿੱਟਾ ਦਾੜਾ ਦਿਨ ਦਾ ਪ੍ਰਤੀਕ। ਭਾਵੇਂ ਦਿਨ 'ਚ ਗੁਜ਼ਰ ਰਹੇ ਆ ਤੇ ਭਾਵੇਂ ਰਾਤ 'ਚ ਗੁਜ਼ਰ ਰਹੇ ਆ। ਜਦੋਂ ਵੀ ਆਪਾਂ ਆਹ ਆਵਾਜ਼ ਸੁਣ ਲਈ, ਕਬੀਰ ਸਾਹਿਬ ਜੀ ਕਹਿੰਦੇ ਆਪਣਾ ਸੁਭਾਅ ਬਦਲ ਦੇ, ਸੁਭਾਅ ਚੇਂਜ ਕਰ ਲਾ, ਜਿਹਨੂੰ ਆਪਾਂ ਕਹਿੰਦੇ ਆਦਤਾਂ ਬਦਲ ਦੇ, ਰੋਜ਼ ਦੇ ਗਲਤ ਕੰਮ ਬਦਲ ਦੇ। ਫਿਰ ਕੀ ਹੋ ਜਾਊਗਾ? ਜਦੋਂ ਉਹਨੂੰ ਸੱਦਾ ਪੈਣਾ ਹੀ ਪੈਣਾ। ਉਹ ਪੰਚਾਇਤ ਨੇ ਬੁਲਾਉਣੀ, ਰੱਬੀ ਪੰਚਾਇਤ ਨੇ ਬੁਲਾਉਣਾ ਹੀ ਬੁਲਾਉਣਾਗਾ। ਤੇ ਉਹ ਰੱਬੀ ਪੰਚਾਇਤ ਦੇ ਬੁਲਾਉਣ ਤੋਂ ਪਹਿਲਾਂ ਜਦੋਂ ਆਪਣਾ ਸੁਭਾਅ ਚੇਂਜ ਕਰ ਦਿੱਤਾ ਨਾ, ਹੋ ਸਕਦਾ ਤੇਰੇ ਕੋਲੇ ਅਜੇ 100 ਦਿਨ ਪਿਆ ਹੋਵੇ, 500 ਦਿਨ ਪਿਆ ਹੋਵੇ, 5 ਦਿਨ ਪਏ ਹੋਣ, ਓਨੇ ਦਿਨਾਂ ਦੇ ਵਿੱਚ ਤੂੰ ਆਪਣੇ ਆਪ ਨੂੰ ਬਦਲ ਸਕਦਾਗਾ। 60 ਸਾਲ ਮੰਦੜੇ ਕਰਮ ਨੇ, 72 ਸਾਲ ਦੀ ਉਮਰ ਆ ਤੇ ਪਿੱਛੇ ਰਹਿ ਗਏ 12 ਸਾਲ। 60 ਸਾਲਾਂ ਦਾ ਕਰਜ਼ਾ 12 ਸਾਲਾਂ ਚ ਲਾਤਾ। 60 ਸਾਲਾਂ ਦਾ ਕਰਜ਼ਾ 12 ਸਾਲਾਂ ਚ ਉਤਰ ਗਿਆ। ਉਹ ਕਿਹੜਾ ਪੱਖ ਸੀਗਾ? ਦਿਨ ਤੇ ਰਾਤ ਦਾ। ਦਿਨ ਤੇ ਰਾਤ ਇੱਕ ਕਰਕੇ ਨਾ 12 ਸਾਲਾਂ ਦੇ ਵਿੱਚ ਕੰਪਲੀਟ ਕਰਤਾ ਪਿਛਲਾ ਸਾਰਾ ਦੇਣਾ ਲੈਣਾ। ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇਗੇ। ਇਵੇਂ ਜਿਵੇਂ ਸਾਨੂੰ ਦੱਸ ਦਿੱਤਾ, ਇਹ ਤੈਨੂੰ ਸੱਦਾ ਜ਼ਰੂਰ ਪੈਣਾ, ਬੁਲਾਵਾ ਜ਼ਰੂਰ ਪੈਣਾ, ਪਰ ਬੁਲਾਵੇ ਤੋਂ ਪਹਿਲਾਂ ਆਪਣੇ ਆਪ ਨੂੰ ਬਦਲ ਲਾ। ਜੇ ਤੂੰ ਆਪਣੇ ਸੁਭਾਅ ਨੂੰ ਬਦਲ ਲਿਆ, ਤੂੰ ਡਰਨੋਂ ਹਟ ਜਾਏਗਾ। ਜੇ ਨਹੀਂ ਬਦਲੇਗਾ, ਜਿਉਂਦਾ ਜੀ ਵੀ ਡਰੇਗਾ, ਮਰਨ ਤੋਂ ਬਾਅਦ ਤਾਂ ਜੋ ਹੋਣਾ ਆਪਾਂ ਨੂੰ ਪਤਾ ਹੀ ਆ। ਉਹ ਸਾਡੇ ਕਰਮ ਦੇ ਮੁਤਾਬਕ ਕਰਮੀ ਆਪੋ ਆਪਣੀ। ਫਿਰ ਅੱਗੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ, ਕਾਚੈ ਕਰਵੈ ਰਹਿ ਨਾ ਪਾਣੀ। ਤੇ 3 ਨੰਬਰ ਪੁਆਇੰਟ ਆ ਗਿਆ। 3 ਨੰਬਰ ਪੁਆਇੰਟ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਸਾਡਾ ਸੁਭਾਅ ਉਹ ਆ। ਕਈ ਵਾਰੀ ਨਾ ਬੰਦਾ ਸਾਰੀ ਉਮਰ ਮੰਦੜੇ ਸੁਭਾਅ ਨੂੰ, ਮੰਦੀਆਂ ਕਰਤੂਤਾਂ ਨੂੰ ਇੱਕ ਭਾਂਡੇ 'ਚ ਪਾਈ ਜਾਂਦਾ, ਪਰ ਬੰਦਾ ਸੋਚਦਾ ਵੀ ਇਹ ਭਾਂਡਾ ਲੀਕ ਨਹੀਂ ਹੈ। ਮੈਂ ਦਿਨੇ ਵੀ ਮਾੜੇ ਕੰਮ ਕੀਤੇ, ਰਾਤ ਨੂੰ ਵੀ ਮਾੜੇ ਕੰਮ ਕੀਤੇ, ਚਲੋ ਉਹਨਾਂ ਦਾ ਆਪਾਂ ਜ਼ਿਕਰ ਨਹੀਂ ਕਰਨਾ, ਮਾੜੇ ਕਹਿਤਾ, ਸਾਰਾ ਕੁਝ ਵਿੱਚ ਹੀ ਆ ਗਿਆ। ਮੈਂ ਉਹ ਮਾੜੇ ਕੰਮ ਨਾ ਇੱਕ ਭਾਂਡੇ 'ਚ ਪਾਈ ਗਿਆ ਸਾਰੇ। ਉਹ ਭਾਂਡੇ ਜਦੋਂ ਪਾਈ ਗਿਆ ਤੇ ਮੈਂ ਸੋਚਿਆ ਕਿ ਮੈਂ ਸੋਚ ਲਿਆ ਵੀ ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਦਾ। ਮੈਂ ਲਫ਼ਜ਼ ਵਰਤ ਲਿਆ, ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਦਾ। ਤੇ ਕਬੀਰ ਸਾਹਿਬ ਜੀ ਕੀ ਕਹਿੰਦੇ? ਕਹਿੰਦੇ ਐ ਨਾ ਸੋਚ ਵੀ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਦਾਗਾ। ਜਿਹੜੇ ਭਾਂਡੇ 'ਚ ਤੂੰ
गलत काम कर करके सुभाਅ गलत कर करके ना पाई जानागा, गलत करतूतां पाई जाना, जमा करी जानागा ते कहना मेरा किहड़ा किसे नूं पता लगदागा। ते हुण तूं इह चेता रखी पुत्तर जी, जिहड़े भांडे 'ਚ तूं पाउणा ना ਉਹ भांडे 'ਚ मोरियां ने, उस भांडे 'ਚ ना छेक ने, ਉਹ तिड़किया होया भांडा गा। जिवें उदाहरण की दित्ती आ, उदाहरण दित्ती है कच्च है करवा, कच्चा कुजा, कच्चा करवा, कच्चा कुजा। कच्चे कुजे दे विच पानी पा दो, अजे वो अग च पक्या नहीं है, कच्चे कुजे च पानी पा दो ते कच्चे कुजे च पानी पाया थोड़े टाइम बाद वो पानी सिम जांदा, वो विचों दी आर पार निकल जूगा। आर पार निकल गया ना। इवें जिवें जदों असीं गुरमत दे नाल गुरु दे ज्ञान नाल नहीं जुड़े, इउं कह लो गुरु नानक साहब दी बनाई हुई ज्ञान रूपी भट्ठी दे विच अपने दिमाग रूपी सुरत रूपी भांडे नूं नहीं पकाया ते उन्ना टाइम इह किसी भी थॉट नूं संभाल के नहीं रखदी गी। साडे मंदड़े कर्मां नूं संभाल के नहीं रखदी गी। संभालू किहड़ियां नूं? ये जदों गुरु नानक साहब दे ज्ञान रूपी भट्ठी च पाया गया ना, आपां रोज़ पढ़दे आंगे भांडा भाओ अमृत ते टटाल घड़ीए आ टकसाल विच पहुंच गया। जदों शब्द सच्ची टकसाल, एक भुलेखा ना खा जाओ इत्थे टकसाल तो भाव की आपां सारे टकसाली आ। अज धिरां बण गईआं, ओह मशीनरी आ, ओह टकसाली आ, ओह फलाना, ओह इमका, ओह वह आ, इदां दियां मतलब साडे नां बन गए। आपां सारे टकसाली आ, कित्थे बैठे आ? आपां शब्द दी टकसाल च बैठे आंगे। भांडा भाओ अमृत ते टटाल घड़ीए शब्द सच्ची टकसाल, ते आपां शब्द दी टकसाल विच पहुंच के अपने भांडे नूं पकाउणा, सुरत रूपी भांडे नूं भरीए मत पापां कै संग। ओ मत आ जिहड़ी ना, ओ असीं पापां दे नाल भर लई ते पाप एक दिन नंगे जरूर हो जांदे ने। ਉਹ ਉਹਨਾਂ ਦਾ ਪਾਜ ਆ ਜਿਹੜਾ ਜ਼ਰੂਰ ਉਗੜ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਮਤਾ ਸੋਚ ਵੀ ਮੈਂ ਆਪਣੇ ਮੰਦੜੇ ਕਰਮਾਂ ਨੂੰ ਲੁਕੋ ਲਵਾਂਗਾ, ਇਹ ਲੁਕੋਈ ਨਹੀਂ ਜਾਣੇ। ਤੇਰੇ ਬਾਰੇ ਜਾਣਦਾ ਸਭ ਆ, ਆਪਣੇ ਬਾਰੇ ਜਾਣਦੇ ਸਭ ਆ, ਬਸ ਉਦਾਂ ਨਾ ਲੋਕਾਂ ਦਾ ਸੁਭਾਅ ਬੋਲਦੇ ਨਹੀਂ। ਕਹਿੰਦੇ ਛੱਡੋ ਆਪਾਂ ਕੀ ਲੈਣਾ। एक ने कहता, दो ने कहता, चौ ने कहता, 10 ने कहता, 20 ने कहता, 100 तक गल पहुंच गई। एक दिन वो इन्हां 100 दे विच ही जिहड़ा सारे पाज खोल के रख दिंदा, कहंदा आ जा फिर मैं तेरा लेखा जोखा कर दांगा। इसे करके गुरु साहब जी ने कह दिता, काचा करवे रहे ना पानी, जिमें कच्चे करवे दे विच पानी नहीं टिकदा ना, इवें जिमें जिन्ने तू ये मंदड़े कर्म मंदड़ियां करतूतां अपने दिमाग विच संभाली जाना ना, ये सदा नहीं रहणियां। एक दिन ये फुट पैंदियां ने, लीक हो जांदियां ने। इन्हां नूं तूं भावें मोंदे ला ला जिन्ना मर्जी बंद करी चल, एक दिन लीक हो जांदियां। जिस दिन लीक हो गईयां ना, उहदे लेखा जोखा अगलियां पिछलियां दा सारियां दी हो जांदा। ते तां वी साडी कहावत बनी है ना, चोर नूं खांदे नूं ना वेख। अहीं कहा ना, चोर नूं खांदे नूं ना वेख। अगला लफज की आ? पैंदियां नूं वेख। इवें नहीं गल कही लोगों ने, जिहड़ी कही है ना, वो जिवें मान लो गल्लां होंदियां ने, कहावतां होंदियां, ये 80-80 90-90 100-100 साल पहलां चलदी है, वो परख कीती जांदी है उस गल ते, फिर उहदा एक मुहावरा बन जांदा, कहावत बन जांदी है एक, ते वो कहावत किते ना किते जाके सच्ची ढुक जांदी है भी हाँ यार, आ कहावत अज बिल्कुल ही सच्ची होगी। हुण ये कहावत सच्ची होगी। गुरु साहब जी ने भी कहता, फिर मंदड़ियां करतूतां वालियां ने ना 20 साल 30 साल 50 साल ढक के रखिया अपने मंदे कर्मां नूं। एक दिन लीक हो गए, जिद्दे उद्दे लीक हो गए ना, उद्दे ही नहीं पता फिर किहड़ी जेल च थां मिलूगी। इत्थे अगे पिछे वो सारा पता ही आ। आपां नूं पता ना सुरिंदर नाथ दा जहाज किवें फटिया सीगा। चलो कहण तो भाव गुरु साहब जी कहंदे, काचा करवै रहे ना पानी, हंस चलिया काया कुमलानी। हंस चलिया काया कुमलानी। फिर इत्थे भगत जी कहंदे ना, कहंदे हंस जीव आत्मा शरीर दे विचों भाई एक दिन फिर निकल के जिहड़ी चली जांदी है। हंस चलिया इहदे विचों निकल जांदा है, काया कुमलानी, ते काया कुमला जांदी है। कमलाउण तो भाव इहदा कोई सत्कार नहीं, ये सत्कार इहदा हंस रहण कर की है, विच जी जिंद होण कर की है। जिस पौधे ने अपना हरा रंग गवालिया ना, जिस पौधे ने अपना हरा रंग गवालिया, अपने विचों रस खत्म कर लिया, वो सुक गया, ते सुके हुए नूं की कीता जांदा? पट्टिया जांदा।
ਪੱਟ ਕੇ ਸੁੱਟ ਦਿੱਤਾ ਜਾਂਦਾ। ਬਸ ਇਵੇਂ ਜਿਵੇਂ ਸਾਡਾ ਸਰੀਰ ਆ, ਜਿਸ ਦਿਨ ਇਹਦੇ ਚੋਂ ਹਰਾਪਣ ਭਾਵ ਜਿੰਦ ਨਿਕਲ ਗਈ, ਇਹਨੂੰ ਰੱਖਿਆ ਨਹੀਂ ਜਾਂਦਾ, ਬਸ ਖਤਮ ਹੋ ਜਾਂਦਾ ਹੈਗਾ। ਹੰਸ ਚੱਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ। ਉਦਾਹਰਨ ਤੀਜੀ ਦਿੱਤੀ ਹੈ ਇੱਥੇ ਭਗਤ ਜੀ ਨੇ। ਵਾਹਿਗੁਰੂ ਭਲਾ ਕਰੇ, ਜੋ ਉਦਾਹਰਨ ਦਿੱਤੀ ਹੈ ਨਾ, ਸ਼ਿੰਗਾਰ ਆ, ਕੁਆਰੇ ਬੱਚਿਆਂ ਦੇ ਸੋਹਣਾ ਨਹੀਂ ਲੱਗਦਾ। ਇੱਥੇ ਲੜਕੀ ਦਾ ਜ਼ਿਕਰ ਕੀਤਾ, ਆਪਾਂ ਬੱਚੇ ਲਫ਼ਜ਼ ਬੋਲ ਲਿਆ, ਚਲੋ ਸਾਂਝੇ ਆਪਾਂ ਸਾਰੇ। ਸ਼ਿੰਗਾਰ ਆ ਨਾ ਜਿਹੜਾ, ਉਹ ਮਾਫ ਕਰਨਾ, ਜੋ ਇੱਥੇ ਅਵਸਥਾ ਕੀ ਵਿਆਹ ਵੇਲੇ ਬਣਾਈ ਜਾਂਦੀ ਆ ਨਾ, ਉਹ ਅਵਸਥਾ ਦਾ ਮਨੌਤ ਦਾ ਇੱਕ ਜ਼ਿਕਰ ਕੀਤਾ ਭਗਤ ਜੀ ਨੇ। ਇੱਥੇ ਕੁਆਰੇ ਬੱਚਿਆਂ ਦੇ ਸ਼ਿੰਗਾਰ ਨਹੀਂ ਸੋਹਣਾ ਲੱਗਦਾ। ਮੈਂ ਗੱਲ ਸੱਚੀ ਜ਼ਰੂਰ ਕਵਾਂਗਾ, ਅੱਜ ਨਹੀਂ ਪਤਾ ਲੱਗਦਾ ਵੀ ਬੱਚਾ ਸਾਡਾ, ਇਹ ਸਾਡੀ ਧੀ ਕੁਆਰੀ ਆ ਜਾਂ ਵਿਆਹੀ ਵੀ ਹੈ। ਇਹ ਵੀ ਸਾਡੇ ਵਿੱਚ ਬਹੁਤ ਵੱਡੀ ਫਿੱਟ ਲਾਹਨਤ ਹੈ। ਸਮਝ ਨਹੀਂ ਆਉਂਦੀ ਕਿ ਵੀ ਅਸੀਂ ਕਦੋਂ ਜਾਗਾਂਗੇ, ਸਿੱਖਾਂ ਦੇ ਪਰਿਵਾਰਾਂ ਨੂੰ ਕਦੋਂ ਹੋਸ਼ ਆਊਗੀ, ਇਹ ਸਾਨੂੰ ਪਤਾ ਨਹੀਂ ਹੈ। ਇਸ ਕਰਕੇ ਭਗਤ ਜੀ ਨੇ ਇੱਥੇ ਉਦਾਹਰਨ ਦਿੱਤੀ ਆ, ਉਹ ਜਿਹੜੀ ਉਦਾਹਰਨ ਸਾਡੇ ਘਰ ਦੇ ਵਿੱਚ ਸੰਭਾਲਣੀ ਚਾਹੀਦੀ ਸੀ ਸਾਨੂੰ, ਵੀ ਭਾਵ ਕੁਆਰੇ ਬੱਚਿਆਂ ਦੇ ਤਨ ਤੇ ਸ਼ਿੰਗਾਰ ਸੋਭਦਾ ਨਹੀਂ ਹੈ, ਪਤੀ ਤੋਂ ਬਿਨਾਂ ਸ਼ਿੰਗਾਰ ਨਹੀਂ ਸੋਭਦਾ। ਇੱਥੇ ਕੁਝ ਕੁ ਸਾਡੇ ਖਿਆਲ ਕੁਝ ਹੋਰ ਬਣ ਜਾਣਗੇ ਜਦੋਂ ਆਪਾਂ ਇਸ ਗੱਲ ਨੂੰ ਪੂਰੇ ਡਿਟੇਲ ਦੇ ਵਿੱਚ ਸਮਝਾਂਗੇ। ਇੰਨੇ ਕਾਫੀ ਆ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ। ਉਹਦਾ ਸ਼ਿੰਗਾਰ ਬੇਅਰਥ ਹੈ, ਉਹਦਾ ਕਿਸੇ ਲੇਖੇ ਵਿੱਚ ਨਹੀਂ ਹੈ। ਅੱਗੇ ਕਿਹਾਗਾ, ਕਿਉਂ ਰਲੀਆ ਮਾਨੈ ਬਾਝ ਪਤਾਰਾ। ਪਤਾਰਾ ਮੀਨਜ ਮਾਲਕ, ਜਦੋਂ ਮਾਲਕ ਨਹੀਂ ਘਰ ਵਿੱਚ ਹੈ। ਫਿਰ ਕਿਹਾਗਾ, ਕਾਂਗ ਉਡਾਵਤ ਭੁਜਾ ਪਰਾਨੀ, ਕਹਿ ਕਬੀਰ ਇਹ ਕਥਾ ਸਰਾਨੀ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ, ਆਹ ਭਾਈ ਸਾਡੇ ਜੀਵਨ ਦੀ ਗਾਥਾ, ਕਥਾ ਹੋਣੀ ਚਾਹੀਦੀ ਆ। ਇਹ ਕਥਾ ਨਹੀਂ ਹੋਣੀ ਚਾਹੀਦੀ ਵੀ ਜਿਵੇਂ ਆਪਾਂ ਕਹਿ ਦਈਏ ਨਾ, ਕਾਮਾਂ ਰੌਲੀ, ਕਾਮ ਉਡਾਵਤ, ਕਾਮਰੋਲੀ ਵਾਲਾ ਸਾਡਾ ਜੀਵਨ ਨਹੀਂ ਹੋਣਾ ਚਾਹੀਦਾ। ਭਾਵ ਸਾਡੇ ਜੀਵਨ ਦਾ ਮਨੋਰਥ ਚੰਗਾ ਹੋਣਾ ਚਾਹੀਦਾ, ਸਾਡੇ ਜੀਵਨ ਦੇ ਵਿੱਚ ਗਿਆਨ ਆ ਗੁਰੂ ਦਾ ਉਹ ਹੋਣਾ ਚਾਹੀਦਾ। ਨਹੀਂ ਤਾਂ ਫਿਰ ਆਪਾਂ ਨੂੰ ਪਤਾ ਸਾਡਾ ਜੀਵਨ ਨਾ ਗੁਰੂ ਦੇ ਗਿਆਨ ਨੂੰ ਟੁੱਟ ਕੇ ਖਾਲੀ ਆ। ਖਾਲੀ ਕਿਵੇਂ ਆ? ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਵਿਚਾਰ ਕੀਤੀ ਸੀ, ਉਹਦੇ ਵਿੱਚ ਇੱਕ ਪੱਖ ਆਇਆ ਸੀ। ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਸੀ, ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਕੂੜਾ ਕੱਤਿਆ, ਕੂੜਾ ਤਣੀਐ ਤਾਣ। ਗਿਆਨ ਤੋਂ ਬਿਨਾ ਸਾਡਾ ਜੀਵਨ ਖਾਲੀ ਹੈ। ਨਾਨਕ ਕੂੜਾ ਕੱਤੀ ਹੈ, ਕੂੜਾ ਤਣੀਐ ਤਾਣ। ਫਿਰ ਅੱਗੇ ਕੀ ਲਿਖਿਆ ਸੀ, ਕੂੜਾ ਕੱਪੜ ਕੱਛੀਐ, ਕੂੜਾ ਪਹਿਨਣ ਮਾਣ। ਕੂੜਾ ਕੱਪੜ ਕੱਛੀਐ, ਕੂੜਾ ਪਹਿਨਣ ਮਾਣ। ਕਹਿੰਦੇ ਨਾ, ਇੱਕ ਰਾਜਾ, ਕਹਿੰਦੇ ਉਹਦੇ ਦਰਬਾਰ ਵਿੱਚ ਦੋ ਠੱਗ ਵਾਗੇ। ਠੱਗ ਕਹਿੰਦੇ ਆਪਾਂ ਰਾਜੇ ਨੂੰ ਬੁੱਧੂ ਬਣਾਉਣਾ, ਬਣ ਜਾਂਦਾ ਹੁੰਦਾ ਜਿਵੇਂ ਅੱਜ ਦਾ ਰਾਜਾ ਮੋਦੀ ਰਾਜਾ ਬਣਿਆ ਬੈਠਾ, ਬੁੱਧੂ ਹੀ ਆ, ਹੋਰ ਕੀ ਆ। ਠੀਕ ਆ, ਉਹਦੇ ਮਨ ਨੂੰ ਧਰਵਾਸ ਮਿਲਦਾ ਵੀ ਆਪਾਂ ਐਂ ਕਰ ਲਾਂਗੇ, ਐਂ ਕਰ ਲਾਂਗੇ। ਆਹ ਕਹਾਣੀ ਇੱਥੇ ਸਿੱਧ ਹੁੰਦੀ ਆ ਵੀ ਸੱਚੀ ਬੁੱਧੂ ਹੁੰਦੇ ਆ ਰਾਜੇ। ਉਹ ਠੱਗ ਕਹਿੰਦੇ ਨਾ, ਰਾਜਾ ਜੀ ਕਹਿੰਦੇ, ਅਸੀਂ ਬਹੁਤ ਵੱਡੇ ਜੁਲਾਹੇ ਆ, ਅਸੀਂ ਬਹੁਤ ਵੱਡੇ ਜੁਲਾਹੇ ਆ। ਅੱਛਾ, ਕੀ ਚਾਹੁੰਦੇ ਹੋ ਤੁਸੀਂ? ਅਸੀਂ ਚਾਹੁੰਦੇ ਤਾਂ ਇਹ ਆ ਵੀ ਅਸੀਂ ਤੁਹਾਨੂੰ ਇਹੋ ਜਿਹੀ ਪੁਸ਼ਾਕ ਬਣਾ ਕੇ ਦਈਏ, ਇਹੋ ਜਿਹਾ ਕੱਪੜਾ ਤਿਆਰ ਕਰਕੇ ਦਈਏ। ਉਹ ਕੱਪੜਾ ਜਿਹੜਾ ਹੋਊ ਨਾ, ਜਿਹੜਾ ਮੂਰਖ ਬੰਦਾ ਹੋਊ ਤੇ ਅਯੋਗ ਹੋਊਗਾ ਉਹਨੂੰ ਦਿਸੂ ਨਹੀਂ, ਇੰਨਾ ਹਲਕਾ ਕੱਪੜਾ ਹੋਊਗਾ। ਜਿਹੜਾ ਮੂਰਖ ਬੰਦਾ ਹੋਊਗਾ ਤੇ ਅਯੋਗ ਹੋਊ, ਉਹਦੀ ਯੋਗਤਾ ਕੋਈ ਨਾ ਹੋਊ, ਉਹਨੂੰ ਦੀਂਦਾ ਨਹੀਂਗਾ, ਉਹ ਸੋਨੂੰ ਆ ਕੇ ਕਹੂਗਾ ਤੂੰ ਬਿਨਾਂ ਕੱਪੜਿਆਂ ਤੋਂ ਹੀ ਫਿਰਦਾਂਗਾ। ਇੰਨਾ ਹਲਕਾ ਤੇ ਇੰਨਾ ਵਧੀਆ ਕੱਪੜਾ ਹੋਊਗਾ। ਰਾਜਾ ਕਹਿੰਦਾ ਫਿਰ ਤਾਂ ਗੱਲ ਹੀ ਵਧੀਆ, ਦੋ ਕੰਮ ਹੋਣਗੇ, ਨਹੀਂ ਤਾਂ ਮੈਨੂੰ ਕੱਪੜਾ ਬਣ ਜਾਊਗਾ ਤੇ ਨਲੇ ਕਹਿੰਦਾ ਮੈਨੂੰ ਪਤਾ ਲੱਗ ਜੂ ਮੇਰੇ ਰਾਜ ਵਿੱਚ ਕੌਣ ਯੋਗ ਆ ਰਹਿਣ ਦੇ, ਕੌਣ ਅਯੋਗ ਆ, ਕੌਣ ਰਹਿਣ ਦੇ ਯੋਗ ਨਹੀਂ ਹੈ ਇੱਥੇ। ਅਗਲੀ ਗੱਲ, ਨਾ ਮੈਨੂੰ ਪਤਾ ਲੱਗ ਜੂ ਕੌਣ ਮੂਰਖਾ ਤੇ ਕੌਣ ਸਿਆਣਾ। ਦੋ ਕੰਮ ਹੋਣਗੇ, ਨਾ ਤਾਂ ਕੱਪੜਾ ਬਣ ਜੂਗਾ ਤੇ ਨਾਲੇ ਮੂਰਖ ਦਾ ਤੇ ਅਯੋਗ ਦਾ ਪਤਾ ਲੱਗ ਜੂ। ਫਿਰ ਜਿਹੜੇ ਮੂਰਖ ਹੋਣਗੇ ਤੇ ਅਯੋਗ ਹੋਣਗੇ ਉਹਨਾਂ ਨੂੰ ਆਪਣੇ ਦੇਸ਼ ਚੋਂ ਦੇਸ਼ ਨਿਕਾਲਾ ਦੇ ਦੂੰਗਾ ਵੀ ਤੁਸੀਂ ਜਾਓ, ਤੁਹਾਨੂੰ ਇੱਥੇ ਥਾਂ ਨਹੀਂ ਹੈ। ਗੁਰੂ ਨਾਨਕ ਬਾਬਾ ਜੀ ਕਹਿੰਦੇ, ਨਾਨਕ ਕੂੜਾ ਕੱਤਿਆ, ਕੂੜਾ ਤਣੀਐ ਤਾਣ। ਕਹਿੰਦਾ ਫਿਰ ਬਣਾਓ ਕੀ ਸਮਾਨ ਚਾਹੀਦਾ? ਫਿਰ ਕਹਿੰਦੇ ਫਿਰ ਵਿੱਚ ਥੋੜਾ ਥੋੜਾ ਸੋਨਾ ਵੀ ਪਾਵਾਂਗੇ ਨਾ, ਸੋਨੇ ਦੀ ਤਾਗੇ ਹੀ ਪਾਵਾਂਗੇ ਵਿੱਚ, ਸਾਨੂੰ ਦੇ। ਰਾਜੇ ਨੇ ਉਹਨਾਂ ਦੇ ਮੂੰਹੋਂ ਮੰਗੀ, ਉਹਨਾਂ ਨੂੰ ਇਉਂ ਕਹਿ ਲੋ ਰਸ਼ਦ ਦੇਤੀ, ਰਾਸ਼ਨ ਦੇਤਾ ਵੀ ਜੋ ਚਾਹੀਦਾ ਲੈ ਜਾਓ। ਹੁਣ ਉਹਨਾਂ ਨੇ ਆਪਣੇ ਵੱਲੋਂ ਮਸ਼ੀਨਾਂ ਡਾਲੀਆਂ, ਚਰਖੇ ਵਗੈਰਾ ਜੋ ਵੀ ਸੀ ਸਾਰਾ ਕੁਝ ਤਿਆਰ ਕਰ ਲਿਆ।
एक दिन लंघिया, 2 दिन लंघे, 4 दिन लंघे, 10 दिन लंघे ते राजा अपने ना अहलकार नूं कहंदा, मेन वफादार अहलकार नूं कहंदा, उरे आ गल सुण मेरी। जदों कोले वग गया, कहंदा ऐ कर, कहंदा जिहड़े आपां तों ना जुलाहे कपड़े वास्ते सीधा लगाए सी, समान लगाए सी, वेख के आ किन्ना क टाइम लगू, मेरे तां अंदर कुछ हो ही जांदा भी फटाफट वो कपड़े पावां मैं। किहड़े कपड़े? जिन्हां नाल लोकां दा पता लग जे भी मूर्खां दा भी ते अयोग दा भी। जदों राजे ने अपने मेन वफादार अहलकार नूं आ गल कहती ना, चलो तुर पिया बेचारा। हुण जदों कोले वग गया, उहदे दिमाग 'च गल आ गई भी ये ਉਹ कपड़ा बनाउंदे ने। किहड़ा कपड़ा? ਜਿਹੜਾ कपड़ा मूर्ख ते अजोग बंदे नूं दिसना नहीं, मूर्ख ते अजोग नूं दिसना नहीं है। हुण जदों उन्हां जुलाहिਆਂ कोले गए, वो ठग सी, ਉਹ उदां ऊई मुच्ची हत्थ मारी जाना, ऐ कत दा नक्शा बनाई जाण, ऐ काम करन दा नक्शा बनाई जाण। जिहदा वफादार नौकर सी वो गया कोले, वो कहंदा यार ऊई फोके जे हत्थ हलियाई जांदे ने, ਇਹ ना तो कोई सूत दींदा, ना कोई सोने दे तागे जिहड़ा समान लैके सी ਉਹ ਵਿੱਚ ਪਾਉਂਦੇ ਦਿੰਦੇ ਨੇ, कुछ नहीं नज़र आउंदा गा। ਇਹ ਤਾਂ गलत करी ਜਾਂਦੇ ਆ ਕੰਮ। ਜਦੋਂ ਇਦਾਂ ਉਹਦੇ ਖਿਆਲ ਬਣਿਆ ਨਾ, ਤੇ ਨਾਲ ਦੀ ਨਾਲ ਅੰਦਰੋਂ ਮੈਸੇਜ ਆ ਗਿਆ ਵੀ ਜੇ ਤੂੰ ਇਹ ਕਹਿ ਦਿੱਤਾ ਵੀ ਹਾਂ ਇਹ ਗਲਤ ਕੰਮ ਕਰੀ ਜਾਂਦੇ ਨੇ, ਤੇ ਕੀ ਬਣ ਜਾਏਗਾ? ਅਜੋਗ ਬਣ ਜਾਏਗਾ ਤੇ ਮੂਰਖ ਬਣ ਜਾਏਗਾ। ਰਾਜੇ ਨੇ ਤੈਨੂੰ ਪਹਿਲਾਂ ਤੈਨੂੰ ਕੱਢਣਾ, ਹੋਰ ਨੂੰ ਕੱਢੇ ਨਾ ਕੱਢੇ। ਫਿਰ ਕੀ ਹੈ? ਬਾਬਾ ਨਾਨਕ ਤੇ ਸੱਚ ਬੋਲਦਾ ਨਾ, ਨਾਨਕ ਕੂੜਾ ਕੱਤਿਆ, ऊई हथ ले जाते हैं, ना कोई चरखा, ना कोई धागा, ना कोई रूं, कुछ नहीं है, ऊई हथ ले जाते हैं। नानक कूड़ा कत्तिया, कूड़ा तणिया तान, ऊई तानी चढ़ाई बैठे ने। हुण जदों राजे दा वफादार कोले अहलकार गया ना, वो मुड़ आया, कहना जे आपां कहता भी वो तो ऊई विच ही हथ ले जाते हैं, फोका ही, फिर आपां नूं तां ना तां मूर्ख कहू राजा, नाले अजोग जान के आपां नूं अपने देश चों कढ दू। तैं सच बोल के की लेना, झूठ ही बोल दे दरबार जाके। कहंदा राजा साहब, जो तुहाडे लई पोशाक तैयार होई रही है ना, तैयार हो रही है, वो तो निंदणयोग है ही नहीं, वो निंदणयोग नहीं है। बड़ी सोहनी पोशाक आ, बस 1-2 दिनों तक आ रही है थोड़े दरबार च, 1-2 दिनों तक आ रही है। मतलब अहलकार ने अपनी नौकरी तो डरदे आ, अपने आप नूं अजोग ना जाणदे होया भी मैनूं अजोगां दे विच ना किते कढिया जावे, भी तूं तां मेरे दरबार विच रखण दे योग ही नहीं है, मूर्खां च ना कढिया जावे। उहने आके झूठ ही बोलता, झूठ बोल के अपना आपा बचा लिया। हुण दूजे दिन मान ले, दूजे तीजे दिन मान लो वो ठग भी आ गए, ते ठग आए, उन्होंने कहा कि सी भी उहनूं दींदी नहीं पोशाक जिहड़ी सी तैयार कीती आ, जिहड़ा अजोग होया ते जिहड़ा मूर्ख होया, दींदी राजे नूं भी नहीं, राजे नूं भी नहीं दींदी गी। फस राजा भी गया। राजा कहंदा जी मैं कहता भी जिहड़ी पोशाक तुसीं तैयार करके लिआओ, मैनूं तां ऐ हत्थ करी आउंदे ने, ऐ तुरे आउंदे ने हत्थ करके, भी जिहड़े हत्थां नूं तुसीं ऐ करी आउने हो, इन्हां ते मैनूं कपड़ा नज़र ही नहीं आउंदा, दिसदा ही नहींगा मैनूं। जे मैं कहंदा, राजा कहंदा जे मैं कहता तां फस मैं भी जाऊंगा, मैनूं भी किते इह ना कह देण भी लोक तूं अजोग आ, तूं मूर्ख आ ते तूं ही निकल पहिलां। राजा कहंदा आहा हा हा, बड़ा वधिया कपड़ा लैके आए बना के तुसीं तां, बड़ा चंगा कपड़ा लैके आए। ऊई मिच्ची राजे नूं कहंदे हत्थ ऐ कर, ऐ कड़ कड़ ऐ धरता, ऊई मिच्ची। बाबे नानक ने की लिखिया? कूड़ा कपड़ कच्छिया, कूड़ा पहनण मान, ऊई फोके पहनाता। नाल गल की कह दी, ये कपड़े दा ना तुसीं जलूस च पहनने आ, जिद्दे बड़ा प्रोग्राम समागम होया ना उद्दे पहनने आ तुसीं कपड़े। माफ करना, ठग्गा ने राजे नूं अगला खाली थापा भर लो, नंगा करता। ठग्गा ने राजे नूं जिहड़े पहलां पैसे भी लहाते, नंगा करता। जदों नंगा करता ना, समागम वड्डा, राजा समागम दे विच विचर रहा, नंग तड़ंगा विचर रहा ना, कोई ना बोले। जे कोई बोले भी राजा साहब तू तो जमी हद करी फिरदा, कमाल दी गल, तो पोशाक ही लाही फिरदा अपनी। हुण मान की है? कूड़ा तणिया मान, फोक ही मान, फोकी बड़ाई च तुरिया फिरदा। ठग्गा ने की प्लैन बनाया? नंगा करता राजा। विचों एक जवाक बोल पिया, हस पिया, पहला तो खड़खड़ा के जवाक हसिया। प्रोग्राम च होर नहीं कोई बोले, जे आपां बोलांगे तां आपां मूर्ख बजांगे, आपां बोलांगे तां आपां अजोग बजांगे। बोलो ना, चुप कर जो, राजा जिवें करदा करी जाण दो। ते विचों जवाक बोल पिया, जवाक झूठ नहीं ना मारदा हुंदा, जवाक झूठ नहीं मारदा। जवाक बोल पिया, हस पिया, पहला तो हसिया बहुत ज्यादा, फिर बोल पिया हथ ते हथ मार के कहंदा, ओ लोको कहंदा राजा नंगा ही फिरदा गा।
ਹੁਣ ਰਾਜਾ ਹੈਰਾਨ ਵੀ ਹਾਂ ਤਾਂ ਮੈਂ ਨੰਗਾ ਹੀ, ਹਾਂ ਤਾਂ ਮੈਂ ਨੰਗਾ ਹੀ ਨਾ, ਕੋਈ ਸ਼ੱਕ ਨਹੀਂ, ਪੋਸ਼ਾਕ ਤਾਂ ਮੈਨੂੰ ਵੀ ਨਹੀਂ ਜਿਹੜੀ ਮੈਨੂੰ ਪਵਾਈ ਹੈਗੀ, ਜਿਹੜੀ ਬਣਾ ਕੇ ਲਿਆਏ ਨੇ ਉਹੀ ਮਿੱਚੀ ਦੀ ਬਣਾ ਕੇ ਲਿਆਏ ਨੇ, ਉਹੀ ਮਿੱਚੀ ਦਾ ਸੂਤ ਸੀ, ਉਹੀ ਮਿੱਚੀ ਦੇ ਤਾਗੇ ਸੋਨੇ ਦੇ ਵਿੱਚ ਪਾਤੇ, ਉਹੀ ਮਿੱਚੀ ਦੇ ਮੈਨੂੰ ਪੋਸ਼ਾਕ ਪਹਿਨਾ ਦਿੱਤੀ, ਅਹਿਲਕਾਰ ਨੂੰ ਭੇਜਿਆ ਉਹੀ ਮਿੱਚੀ, ਉਹਨੇ ਆ ਕੇ ਕਹਿਤਾ ਵਾਹ ਜੀ ਵਾਹ, ਪੋਸ਼ਾਕ ਹੀ ਬੜੀ ਸੋਹਣੀ ਬਣਾਈ ਹੈ ਉਹਨੇ ਤਾਂ, ਉਹੀ ਮਿੱਚੀ ਦੇ ਨਾ। ਤੇ ਰਾਜਾ ਹੁਣ ਜਵਾਕ ਨੂੰ ਕਹਿ ਨਹੀਂ ਸਕਦਾ ਵੀ ਇਹਨੂੰ ਦੇਸਨ ਕਾਲਾ ਜਦੋਂ ਤੂੰ ਜੋਗ ਨਹੀਂ ਹੈ ਤੇ ਤੂੰ ਮੂਰਖਾਂਗਾ, ਉਹਨੂੰ ਕਹਿ ਨਹੀਂ ਸਕਦਾਗਾ, ਉਹਨੂੰ ਨਹੀਂ ਨਾ ਕਹਿ ਸਕਦਾ। ਹੁਣ ਉਹਨੂੰ ਕੀ ਕਹੇ, ਹੋਰ ਨਹੀਂ ਕੋਈ ਕਹਿੰਦਾ। ਜਵਾਕ ਦੇ ਮਾਂ ਪਿਓ ਜਵਾਕ ਦੇ ਮੂੰਹ ਤੇ ਹੱਥ ਤੇ ਪੁੱਤ ਤੂੰ ਚੁੱਪ ਕਰ ਜਾ, ਤੈਂ ਕੀ ਲੈਣਾ। ਸ਼ਾਇਦ ਇਹ ਸਾਡੀ ਦੁਨੀਆ ਦੇ ਅੱਜ ਦੀ ਸਥਿਤੀ ਆ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਕੀ ਛੋਟਾ ਕੀ ਵੱਡਾ ਸਭ ਇਹਨਾਂ ਗੱਲਾਂ ਦਾ ਧਾਰਨੀ ਹੋ ਚੁੱਕਿਆ ਹੈਗਾ। ਤੇ ਮੌਕੇ ਦੀ ਸਰਕਾਰ ਚਾਹੇ ਸੂਬੇ ਦੀ ਆ ਚਾਹੇ ਸੈਂਟਰ ਦੀ ਆ, ਉਹਨਾਂ ਤੇ ਵੀ ਢੁਕਦੀ ਆ ਗੱਲ। ਕਿਉਂ ਢੁਕਦੀ ਆ? ਕਿਉਂਕਿ ਕੂੜਾ ਤਣੀਆਂ ਤਾਣ ਉਹ ਵੀ ਕੂੜ ਦੇ ਪੱਖ 'ਚ ਤੁਰੇ ਫਿਰਦੇ ਨੇ। ਚਾਹੇ ਕੋਈ ਆਮ ਲੀਡਰ ਆ ਤੇ ਚਾਹੇ ਕੋਈ ਖਾਸ ਆ, ਚਾਹੇ ਕੋਈ ਛੋਟਾ ਗਾ ਤੇ ਚਾਹੇ ਕੋਈ ਵੱਡਾ ਗਾ, ਹਰ ਕਿਸੇ ਨੂੰ ਗੁਰਬਾਣੀ ਰੂਪੀ ਜਵਾਕ, ਗੱਲ ਇੱਥੇ ਪਹੁੰਚਦੀ ਆ। ਬਾਬਾ ਨਾਨਕ ਰੂਪੀ ਜਵਾਕ, ਭਗਤ ਕਬੀਰ ਸਾਹਿਬ ਰੂਪੀ ਜਵਾਕ ਹਰ ਇੱਕ ਨੂੰ ਦੱਸ ਦਿੰਦੇ ਨੇ ਵੀ ਤੇਰੇ ਤਣ ਤੇ ਤਾਂ ਕੁਛ ਵੀ ਨਹੀਂ ਪਹਿਨਿਆ, ਪੈਣ ਲਾਕਲ ਦੇ ਅੰਨਿਆ, ਕੂੜਾ ਤਣੀਆਂ ਤਾਣ ਦੇ ਵਿੱਚ ਨਾ ਉਲਝ, ਆਪਣੇ ਤੇ ਕੁਛ ਨਾ ਕੁਛ ਪਹਿਨ। ਇਦਾਂ ਨਿਰਵਸਤਰ ਹੋ ਕੇ ਨਾ ਦੁਨੀਆ 'ਚ ਵਿਚਰ। ਸ਼ਾਇਦ ਉਹ ਸਾਡੀ ਅੱਜ ਦੀ ਸਥਿਤੀ ਆ। ਇਸ ਸਥਿਤੀ ਨੂੰ ਰੋਕਣ ਦੇ ਲਈ ਅੱਜ ਦਾ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਹ ਢੁਕਦਾ ਗਾ। ਤੇ ਇਸ ਸ਼ਬਦ ਦੇ ਅਨੁਸਾਰ ਆਪਾਂ ਆਪਣੀ ਜ਼ਿੰਦਗੀ ਬਣਾਈ ਹੈ। ਭਾਵ ਆਪਣੀ ਜਿੰਦ ਨੂੰ ਨਾ ਕੰਬਣ ਤੋਂ ਰਹਿਤ ਕਰੀਏ, ਕੰਬੇ ਨਾ ਸਾਡੀ ਜ਼ਿੰਦਗੀ। ਸਾਡੀ ਜ਼ਿੰਦਗੀ ਰੂਪੀ ਰਾਤ ਐਵੇਂ ਨਾ ਲੰਘ ਜਾਵੇ। ਜਵਾਨੀ ਕਾਲੀ ਰਾਤ ਹੈ, ਚਿੱਟੇ ਵਾਲ ਚਿੱਟਾ ਦਿਨ ਹਨ, ਚਿੱਟੇ ਵਾਲ ਕਾਲੇ ਕਰਨ ਦਾ ਯਤਨ ਨਾ ਕਰੀਏ। ਆਰੰਭ ਦੇ ਵਿੱਚ ਆਪਾਂ ਗੱਲ ਕੀਤੀ ਸੀ, ਲੋਕ ਦਿਨ ਨੂੰ ਵੀ ਨਹੀਂ ਫੜ ਸਕਦੇ ਤੇ ਰਾਤ ਨੂੰ ਵੀ ਨਹੀਂ ਫੜ ਸਕਦੇ, ਪਰ ਅਸੀਂ ਫੜ ਰਹੇ ਹਾਂ। ਇਦਾਂ ਫੜਿਆ ਨਹੀਂ ਜਾਂਦਾਗਾ। ਇਦਾਂ ਸਾਡਾ ਤਾਣਾ ਜਿਹੜਾ ਉਹ ਨਿਰਵਸਤਰ ਹੋ ਕੇ ਭਾਈ ਦੁਨੀਆ ਵਿੱਚ ਵਿਚਰਿਆ ਹੈਗਾ। ਬਚ ਗਏ। ਸੋ ਇੱਥੋਂ ਤੱਕ ਵਿਚਾਰ ਹੋਈ ਹੈ। ਥੋੜਾ ਟਾਈਮ ਵੱਧ ਲੱਗ ਗਿਆ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ